मैं हुण फतेह बुला के उठण ही लगा सीगा ते मेरी उधर निगाह पै गई। मैं तुहानूं भी दिखाउणा चाहूँगा। आ बजुर्ग हैगे ने, आपां इत्थे ट्यूबवैल दे उपर बैठ के आपां गलबात कर रहे सीगे सारे वीर सारे। और ये जिहड़े भाई साहब हैगे ने वो सामने रहिंदे हैगे आ, तुसीं भांडे धो रहे देख सकदे आ। उधरों आ गए जदों असीं उठ के जाण लगे ते वो जग दे विच चाह बना के लाए। ये वो किसान आ पंजाब दा ਜਿਹੜਾ ਸਾਨੂੰ ਜਾਣਦਾ ਨਹੀਂ ਹੈਗਾ। ਅਸੀਂ ਇੱਥੇ ਸਿਰਫ ਗੱਲਬਾਤ ਕਰਨ ਵਾਸਤੇ ਆਏ ਸੀਗੇ, ਪਰ ਉਹਨਾਂ ਨੇ ਦੇਖਿਆ ਕਿ ਯਾਰ ਇੱਥੇ ਸਿੰਘ ਗੱਲਬਾਤ ਕਰ ਰਹੇ ਬਹਿ ਕੇ, ਤੇ ਮੈਂ ਇਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਕੇ ਲਿਆ ਵਾਂ। ਜਿਹੜੇ ਪਿੰਡਾਂ ਵਿੱਚ ਨਿਸ਼ਾਨ ਸਾਹਿਬ ਝੂਲਦੇ ਆ ਗੁਰੂ ਘਰਾਂ ਦੇ ਵਿੱਚ, ਉਹ ਨਿਸ਼ਾਨ ਸਾਹਿਬ ਜਿੱਥੇ ਹੋਰ ਬਹੁਤੀਆਂ ਗੱਲਾਂ ਦਾ ਪ੍ਰਤੀਕ ਹੈ, ਉੱਥੇ ਉਹ ਝੂਲਦੇ ਹੋਏ ਨਿਸ਼ਾਨ ਸਾਹਿਬ ਇਸ ਗੱਲ ਦੇ ਵੀ ਪ੍ਰਤੀਕ ਹੈਗੇ ਆ ਕਿ ਦੁਨੀਆ ਦਾ ਕੋਈ ਵੀ ਜਿਹਨੂੰ ਰੋਟੀ ਦੀ ਜ਼ਰੂਰਤ ਹੈਗੀ ਆ, ਇਸ ਨਿਸ਼ਾਨ ਸਾਹਿਬ ਦੀ ਛਾਵੇਂ ਆ ਜਾਵੇ, ਉਹਨੂੰ ਪਿੰਡ ਦੇ ਲੋਕ ਰੋਟੀ ਦਾ ਪ੍ਰਬੰਧ ਕਰਕੇ ਵੀ ਜ਼ਰੂਰ ਦੇਣਗੇ। ਆਹੀ ਉਹ ਲੋਕ ਹੈਗੇ ਜਿਹੜੇ ਰੋਟੀ ਦਾ ਪ੍ਰਬੰਧ ਕਰਕੇ ਦਿੰਦੇ ਹੈਗੇ ਆ। ਹੁਣ ਇਹ 1 ਕਰੋੜ ਰੁਪਈਆ ਤੁਸੀਂ ਦੱਸੋ ਕਿੱਥੋਂ ਦੇਣਗੇ? ਤੁਸੀਂ ਦੱਸੋ ਇਹ 1 ਕਰੋੜ ਰੁਪਈਆ ਕਿੱਥੋਂ ਦੇਣਗੇ? ਇਹ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਨਰਿੰਦਰ ਮੋਦੀ ਦਾ ਜਿਹੜਾ ਇਹ ਫੈਸਲਾ ਹੈਗਾ 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਵਰ੍ਹਿਆਂ ਦੀ ਸਜ਼ਾ, ਕਿੱਦਾਂ ਦੇਖਦੇ ਹੋ? ਮੈਂ ਤਾਂ ਇਹ ਗੱਲ ਕਹਿਣਾ ਕਿ ਨਰਿੰਦਰ ਮੋਦੀ ਨੂੰ ਸੋਚਣਾ ਚਾਹੀਦਾ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ, ਕਿ ਦੇਸ਼ ਦਾ ਵੱਡਾ ਗਦਾਰ ਆ। ਪੰਜਾਬ ਦੀ ਵਾਗਡੋਰ ਜੋ ਹੈਗੀ ਆ ਸਾਡੇ ਕੋਲੋਂ, ਜਿਵੇਂ ਧੱਕੇ 47 ਤੋਂ ਪਹਿਲਾਂ ਧੱਕੇ ਨਾਲ ਸਾਡੇ ਕੋਲੋਂ ਇਹਨਾਂ ਨੇ ਲਾਰੇ ਲਾ ਕੇ ਸਾਡੇ ਕੋਲੋਂ ਲਈ ਆ, ਉਹ ਬਾਗਡੋਰ ਸਾਨੂੰ ਸੰਭਾਲਣ, ਅਸੀਂ ਪਰਾਲੀ ਦਾ ਹੱਲ ਆਪੇ ਕਰ ਲਾਂਗੇ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਜੇ ਪਰਾਲੀ ਨੂੰ ਸਾੜਿਆ ਨਾ ਜਾਵੇ, ਇਹਨੂੰ ਖੇਤ ਦੇ ਵਿੱਚ ਇੱਦਾਂ ਹੀ ਵਾਹ ਦਿੱਤਾ ਜਾਵੇ, ਤਾਂ ਉਹਦਾ ਫਾਇਦਾ ਹੁੰਦਾ ਕਿਸਾਨਾਂ ਨੂੰ। ਹੁਣ ਸਭ ਤੋਂ ਵੱਡੀ ਸਾਨੂੰ ਪਰਾਲੀ ਦੀ ਦਿੱਕਤ ਆ ਰਹੀ ਆ, ਤੇ ਪਰਾਲੀ ਸਾਨੂੰ ਦਿੱਤੀ ਕਿਨੇ ਆ? ਝੋਨਾ ਸਾਨੂੰ ਪੰਜਾਬ ਚਲਾਉਣ ਲਈ ਕਿਹਾ ਕਿਨੇ ਆ? ਜੇ ਮੋਦੀ ਸਾਹਿਬ ਕਹਿੰਦੇ ਆ ਕਿ 1 ਕਰੋੜ ਰੁਪਈਆ ਜੁਰਮਾਨਾ ਲੱਗੂਗਾ ਤੇ 5 ਸਾਲ ਦੀ ਸਜ਼ਾ ਹੋਊਗੀ, ਜੇ ਉਹ ਤੋਂ ਵੀ ਬਚਣਾ ਹੈਗਾ ਆ, ਜੇ ਉਹ ਸਾਰਾ ਕੁਝ ਲਾਗੂ ਹੋ ਜਾਂਦਾ ਆ, ਤੇ ਫਿਰ ਇਹਦਾ ਹੱਲ ਕੀ ਹੈਗਾ ਆ? ਜ਼ਮੀਨ ਵਿੱਚ ਜੇ ਤੁਸੀਂ ਕਹਿੰਦੇ ਆ ਕਿ ਵਾਹਿਆ ਜਾਵੇ ਤਾਂ ਉਹਦੇ ਨਾਲ ਸੁੰਡੀ ਪੈਂਦੀ ਆ, ਜਿਹੜੀ ਅਗਲੀ ਫਸਲ ਹੈਗੀ ਉਹ ਪ੍ਰਭਾਵਿਤ ਹੁੰਦੀ ਆ। ਫਿਰ ਕੀਤਾ ਕੀ ਜਾਵੇ? ਹੱਲ ਕੀ ਹੈਗਾ ਤੁਹਾਡੇ ਮੁਤਾਬਕ? ਹੁਣ 1 ਕਰੋੜ ਰੁਪਈਆ ਜੁਰਮਾਨਾ ਪਰਾਲੀ ਸਾੜਨ ਤੇ 5 ਸਾਲ ਦੀ ਸਜ਼ਾ ਹੋਊਗੀ। ਮੋਦੀ ਸਾਹਿਬ ਨੂੰ ਕੁਝ ਕਹਿਣਾ ਚਾਹੁੰਦੇ? ਮੋਦੀ ਤਾਂ ਸਿਰਫ ਇੱਕ ਚਿਹਰਾ ਵਾ ਨਾ। ਹਿੰਦੁਸਤਾਨ ਦੀ ਹਕੂਮਤ ਜਿਹੜੀ ਆ ਉਹ ਤਾਂ ਪੰਜਾਬ ਨੂੰ ਵਧਣਾ ਤੇ ਫੁੱਲਣਾ ਦੇਖਣਾ ਹੀ ਨਹੀਂ ਚਾਹੁੰਦੀ। ਦੁਸਹਿਰਾ ਐਤਕੀ ਰਾਵਣ ਦੀ ਜਗ੍ਹਾ ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਗਿਆ। ਐਦਾਂ ਦੇ ਹਾਲਾਤ ਹੈਗੇ ਆ। ਇਹ ਮੋਦੀ ਹੋਵੇ, ਰਾਹੁਲ ਹੋਵੇ, ਕੇਜਰੀਵਾਲ ਹੋਵੇ, ਅੱਜ ਤੱਕ ਸੈਂਟਰ ਨੇ ਸਾਡੇ ਨਾਲ ਕੀਤੀਆਂ ਹੀ ਵਧੀਕੀਆਂ ਵੀ ਕਦੀ ਵੀ ਪੰਜਾਬ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਜੇ ਕੱਲ੍ਹ ਨੂੰ ਤੁਸੀਂ ਕਿਤੇ ਪਰਾਲੀ ਸਾੜਦੇ ਫੜੇ ਜਾਂਦੇ ਆ, 1 ਕਰੋੜ ਰੁਪਏ ਦਾ ਤੁਹਾਨੂੰ ਜੁਰਮਾਨਾ ਹੋ ਜਾਵੇ ਤੇ 5 ਵਰ੍ਹਿਆਂ ਦੀ ਤੁਹਾਨੂੰ ਸਜ਼ਾ ਹੋ ਜਾਵੇ, ਤਾਂ ਕਿੱਦਾਂ ਦੇ ਹਾਲਾਤ ਹੋ ਜਾਣਗੇ? 1 ਕਰੋੜ ਰੁਪਈਆ ਹੈਗਾ ਤੁਹਾਡੇ ਕੋਲ ਦੇਣ ਵਾਸਤੇ? ਖੇਤਾਂ ਵਿੱਚ ਝੋਨਾ ਵੱਢਣ ਤੋਂ ਬਾਅਦ ਪਰਾਲੀ ਬਚ ਜਾਂਦੀ ਆ। ਆ ਤੁਸੀਂ ਦੇਖ ਸਕਦੇ ਆ, ਖੇਤਾਂ ਦੇ ਵਿੱਚ ਆਪਾਂ ਬੈਠੇ ਹੈਗੇ ਆ, ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੈਗੇ ਆ। ਇਹ ਪਰਾਲੀ ਹੁੰਦੀ ਹੈ ਜਿਹੜੀ ਝੋਨਾ ਵੱਢਣ ਤੋਂ ਬਾਅਦ ਬਚ ਜਾਂਦੀ ਹੈ। ਇਹ ਉਹ ਪਰਾਲੀ ਹੈ ਜਿਹਦੇ ਬਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿਛਲੇ ਦਿਨੀ ਬਿਆਨ ਆਇਆ ਹੈਗਾ ਕਿ ਜਿਹੜਾ ਕਿਸਾਨ ਪਰਾਲੀ ਸਾੜੂਗਾ ਉਹਨੂੰ 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਵਰ੍ਹਿਆਂ ਦੀ ਸਜ਼ਾ। 1 ਕਰੋੜ ਦਾ ਜੁਰਮਾਨਾ ਤੇ 5 ਸਾਲਾਂ ਦੀ ਸਜ਼ਾ। ਸੋ ਜਦੋਂ ਦਾ ਇਹ ਫੈਸਲਾ ਸਾਹਮਣੇ ਆਇਆ ਹੈਗਾ, ਇਹਨਾਂ ਨੇ ਐਲਾਨ ਕੀਤਾ ਹੈਗਾ, ਉਦੋਂ ਤੋਂ ਲੈ ਕੇ ਅੱਜ ਤੱਕ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਰੋਸ ਹੈਗਾ। ਕਿਸਾਨ ਇਹ ਗੱਲ ਕਹਿੰਦੇ ਆ ਕਿ ਮੋਦੀ ਸਾਹਿਬ ਤੁਹਾਨੂੰ ਸਾਡੀ ਪਰਾਲੀ ਕਿਉਂ ਚੁੱਭਦੀ ਆ? ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈਗਾ ਕਿ ਅਸੀਂ ਮੰਨਦੇ ਹਾਂ ਕਿ ਪਰਾਲੀ ਵੀ ਪ੍ਰਦੂਸ਼ਣ ਫੈਲਾਉਂਦੀ ਹੈਗੀ ਆ, ਪਰ ਗੱਡੀਆਂ ਦਾ ਧੂੰਆਂ ਕੀ ਉਹ ਆਕਸੀਜਨ ਛੱਡਦਾ? ਭੱਠਿਆਂ ਦਾ ਧੂੰਆਂ ਕੀ ਉਹ ਆਕਸੀਜਨ ਛੱਡਦਾ? ਗੱਡੀਆਂ ਦੇ ਧੂੰਏ ਤੋਂ ਇਲਾਵਾ ਜਿਹੜੇ ਏਸੀ ਲੱਗੇ ਹੋਏ ਨੇ ਸ਼ਹਿਰਾਂ ਦੇ ਵਿੱਚ, ਕੋਠੀਆਂ ਦੇ ਵਿੱਚ, ਉਹ ਜਿਹੜੇ ਏਸੀ ਨੇ ਉਹ ਕੀ ਛੱਡਦੇ ਨੇ? ਉਹ ਆਕਸੀਜਨ ਛੱਡਦੇ ਆ। ਇਸ ਤੋਂ ਇਲਾਵਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ, ਫੈਕਟਰੀਆਂ ਦੇ ਵਿੱਚੋਂ ਨਿਕਲਦਾ ਹੋਇਆ ਧੂੰਆਂ ਕੀ ਉਹ ਆਕਸੀਜਨ ਛੱਡਦਾ? ਸੋ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈਗਾ। ਉਹਨਾਂ ਦਾ ਭਾਵੇਂ ਮੰਨਣਾ ਹੈਗਾ ਕਿ ਠੀਕ ਆ, ਅਸੀਂ ਮੰਨਦੇ ਹਾਂ ਕਿ ਪਰਾਲੀ ਸਾੜਨੀ ਕੋਈ ਠੀਕ ਗੱਲ ਨਹੀਂ ਹੈਗੀ, ਪਰ ਸਾਨੂੰ ਹੱਲ ਵੀ ਤਾਂ ਦੱਸਿਆ ਜਾਵੇ ਵੀ ਆਪਾਂ ਇਹਦਾ ਹੱਲ ਕੀ ਕਰੀਏ। ਫਿਰ ਉਹ ਜਿਹੜੀ ਪਰਾਲੀ ਹੈਗੀ ਉਹਨੂੰ ਦਿੱਲੀ ਲਿਆ ਕੇ ਤੁਹਾਡੇ ਘਰਾਂ ਮੂਹਰੇ ਰੱਖ ਜਾ ਕਰੀਏ, ਆ ਕੇ ਕੀ ਕਰੀਏ ਉਹਦਾ ਹੱਲ ਨਹੀਂ ਕੋਈ ਦੱਸ ਰਿਹਾ ਹੈਗਾ। ਹੱਲ ਕੁਛ ਦੱਸੇ ਵੀ ਜਾ ਰਹੇ ਹੈਗੇ ਆ। ਆਪਾਂ ਉਹ ਵੀ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਕਿ ਹੱਲ ਕੀ ਹੈਗਾ। ਮੇਰੇ ਨਾਲ ਬਹੁਤ ਸਾਰੇ ਸੱਜਣ, ਮੈਂ ਤੁਹਾਨੂੰ ਇੱਕ ਵਾਰੀ ਸਾਰੇ ਦਿਖਾ ਦਿੰਦਾ ਆ, ਬਹੁਤ ਸਾਰੇ ਨੌਜਵਾਨ ਇੱਥੇ ਬੈਠੇ ਹੈਗੇ ਆ ਜਿਹੜੇ ਕਿ ਕਿਸਾਨੀ ਨਾਲ ਸੰਬੰਧ ਰੱਖਦੇ ਆ, ਸਾਡੇ ਨਾਲ ਬੈਠੇ ਹੈਗੇ ਆ। ਆਵਾਜ਼ੇ ਪੰਜਾਬ ਕਿਸਾਨ ਸਭਾ ਦੇ ਸੇਵਾਦਾਰ ਮੇਰੇ ਨਾਲ ਬੈਠੇ ਆ, ਗੁਰਮੀਤ ਸਿੰਘ। ਆਪਾਂ ਉਹਨਾਂ ਤੋਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਗੁਰਮੀਤ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਨਰਿੰਦਰ ਮੋਦੀ ਦਾ ਜਿਹੜਾ ਇਹ ਫੈਸਲਾ ਹੈਗਾ 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਵਰ੍ਹਿਆਂ ਦੀ ਸਜ਼ਾ, ਕਿੱਦਾਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਜੀ, ਇਹ ਜਦੋਂ ਦਾ ਇਹਦਾ ਬਿਆਨ ਪਰਸੋਂ ਚੌਥ ਦਾ ਸਾਨੂੰ ਸੁਣਨ ਨੂੰ ਮਿਲਿਆ, ਮੈਂ ਤਾਂ ਹੈਰਾਨ ਵੀ ਹੋ ਰਿਹਾ, ਹੱਸ ਵੀ ਰਿਹਾ ਕਿ ਇਸ ਪ੍ਰਧਾਨ ਮੰਤਰੀ ਨੂੰ ਸਮਝ ਪੱਖੋਂ ਕਿੰਨਾ ਕੁ ਸਟਰੋਂਗ ਹੈ। ਤੁਸੀਂ ਸੋਚ ਸਕਦੇ ਹੋ 12-15 ਲੱਖ, ਹੱਦ 20-25 ਲੱਖ ਦੇ ਕਰੀਬ ਪੰਜਾਬ ਦੀ ਧਰਤੀ ਤੇ ਪਰ ਏਕੜ ਦੀ ਕੀਮਤ ਆ। ਤੁਸੀਂ ਇੱਥੋਂ ਆਈਡੀਆ ਲਾ ਲਓ ਕਿ ਜਿਸ ਇਨਸਾਨ ਦੇ ਕੋਲ, ਜਿਸ ਜ਼ਿਮੀਂਦਾਰ ਦੇ ਕੋਲ ਜੇ 1 ਕਰੋੜ ਰੁਪਈਆ ਹੋਵੇ ਤੇ ਉਹ ਆਪਣੀ ਮਸ਼ੀਨਰੀ ਨਾ ਲੈ ਸਕੇ। ਤੁਸੀਂ ਜੁਰਮਾਨੇ ਦੀ ਗੱਲ ਕਰਦੇ ਹੋ ਕਿ 1 ਕਰੋੜ ਰੁਪਈਆ ਜੁਰਮਾਨਾ ਕੀਤਾ ਜਾਊਗਾ, ਕਿੱਥੋਂ ਕਰ ਲੂਗਾ ਜ਼ਿਮੀਂਦਾਰ? ਜ਼ਿਮੀਂਦਾਰ ਨੂੰ ਤੁਸੀਂ ਜਿਹੜੀ ਸਬਸਿਡੀ ਦਾ ਤੁਸੀਂ ਰੌਲਾ ਪਾ ਰਹੇ ਹੋ, ਨਾ ਤਾਂ ਪ੍ਰੋਪਰ ਸਬਸਿਡੀ ਮਿਲ ਰਹੀ ਹੈ ਨਾ। ਮੈਂ ਤਾਂ ਇਹ ਗੱਲ ਕਹਿਣਾ ਕਿ ਨਰਿੰਦਰ ਮੋਦੀ ਨੂੰ ਸੋਚਣਾ ਚਾਹੀਦਾ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਆ ਕਿ ਦੇਸ਼ ਦਾ ਵੱਡਾ ਗਦਾਰ ਆ। ਇਹਨੂੰ ਸੋਚਣਾ ਚਾਹੀਦਾ ਇਸ ਚੀਜ਼ ਲਈ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਵਾਗਡੋਰ ਜੋ ਹੈਗੀ ਆ, ਸਾਡੇ ਕੋਲੋਂ ਜਿਵੇਂ ਧੱਕੇ 'ਚ 47 ਤੋਂ ਪਹਿਲਾਂ ਧੱਕੇ ਨਾਲ ਸਾਡੇ ਕੋਲੋਂ ਇਹਨਾਂ ਨੇ ਲਾਰੇ ਲਾ ਕੇ ਸਾਡੇ ਕੋਲੋਂ ਲਈ ਆ, ਉਹ ਬਾਗਡੋਰ ਸਾਨੂੰ ਸੰਭਾਲਣ, ਅਸੀਂ ਪਰਾਲੀ ਦਾ ਹੱਲ ਆਪੇ ਕਰ ਲਾਂਗੇ। ਇਹ ਸਰਾਸਰ ਗਲਤ ਕਹਿ ਰਿਹਾ ਕਿ 1 ਕਰੋੜ ਰੁਪਏ ਦਾ ਜੁਰਮਾਨਾ ਔਰ 5 ਸਾਲ ਦੀ ਸਜ਼ਾ ਦਿੱਤੀ ਜਾਊਗੀ। ਇਹ ਬੇਤੁਕਾ ਬਿਆਨ ਆ, ਮੈਂ ਇਸ ਬਿਆਨ ਨਾਲ ਬਿਲਕੁਲ ਐਗਰੀ ਨਹੀਂ ਹੈਗਾ। ਅਸੀਂ ਜੇ ਇਹ ਕਹਿੰਦਾ ਕਿ ਪਰਾਲੀ ਨੂੰ ਖੇਤਾਂ 'ਚ ਅੱਗ ਨਹੀਂ ਲਾਉਣੀ, ਅਸੀਂ ਇਹ ਕਹਿੰਦੇ ਹਾਂ ਕਿ ਚਲੋ ਅਸੀਂ ਤੁਹਾਡੇ ਸਰਕਾਰੀ ਦਫ਼ਤਰਾਂ ਦੇ, ਤੁਹਾਡੀਆਂ ਰਿਹਾਇਸ਼ਾਂ ਤੇ, ਸਰਕਾਰੀ ਰੋਡਾਂ ਤੇ ਸੁੱਟ ਦਿੰਦੇ, ਤੁਸੀਂ ਆਪੇ ਹੱਲ ਕਰ ਲਓ। ਅੱਛਾ, ਇੱਕ ਪਾਸੇ ਦਾ ਕਿਸਾਨ ਪਹਿਲਾਂ ਹੀ ਧਰਨਿਆਂ ਦੇ ਉੱਪਰ ਬੈਠੇ ਹੋਇਆ, ਐਂ ਲੱਗਦਾ ਕਿ ਸਾਰਾ ਪੰਜਾਬ ਕੋਈ ਟੋਲ ਪਲਾਜ਼ੇ ਤੇ ਆ। ਉਹ ਪਿੱਛੇ ਟੋਲ ਪਲਾਜ਼ਾ ਹੈਗਾ ਮੈਂ ਜਿੰਨੇ ਵੀ ਦਰਸ਼ਕ ਗੱਲਬਾਤ ਨੂੰ ਸੁਣ ਰਹੇ ਨੇ, ਉਹ ਬਿਲਕੁਲ ਸਾਡੇ ਪਿੱਛੇ ਥੋੜ੍ਹੀ ਦੂਰੀ, ਉਹ ਸਾਹਮਣੇ ਗੱਡੀਆਂ ਖੜੀਆਂ ਨੇ, ਉੱਥੇ ਟੋਲ ਪਲਾਜ਼ਾ ਹੈਗਾ, ਉੱਥੇ ਵੀ ਧਰਨਾ ਲੱਗਾ ਹੋਇਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ। ਕਿਸਾਨ ਪਹਿਲਾਂ ਹੀ, ਹੁਣ ਮੈਂ ਲਫ਼ਜ਼ ਇੱਕ ਪੱਤਰਕਾਰ ਹੋਣ ਦੇ ਨਾਤੇ ਕਹਿੰਦੇ ਕਿ ਪੱਤਰਕਾਰ ਨੂੰ ਸ਼ਬਦਾਵਲੀ ਬੜੀ ਧਿਆਨ ਵਿੱਚ ਰੱਖਣੀ ਚਾਹੀਦੀ ਆ, ਪਰ ਹੁਣ ਲੋਕ ਜੋ ਕਰਦੇ ਆ ਪੱਤਰਕਾਰ ਨੇ ਉਹੀ ਬੋਲਣਾ ਨਾ। ਬੀਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈਗਾ। ਮੈਂ ਨਹੀਂ ਕਹਿਣਾ ਬੀਬੀਆਂ ਕਰਦੀਆਂ ਨੇ, ਪੱਤਰਕਾਰ ਤਾਂ ਬੋਲਦਾ ਇਹ ਗੱਲ, ਪਿੱਟ ਸਿਆਪਾ। ਐਤਕੀ ਦੁਸਹਿਰਾ ਜਿਹੜਾ ਮਨਾਇਆ ਗਿਆ ਹੈਗਾ, ਐਤਕੀ ਰਾਵਣ ਦੇ ਬੁੱਤ ਨਹੀਂ ਸਾੜੇ ਗਏ, ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਨਰਿੰਦਰ ਮੋਦੀ ਦੇ ਬੁੱਤ ਸਾੜੇ ਗਏ ਆ। ਸੋ ਇੱਦਾਂ ਸਾਰਾ ਕੁਝ ਵਾਪਰਿਆ ਇੱਥੇ। ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ, ਜਿਹੜੀ ਸਬਸਿਡੀ ਦੀ ਤੁਸੀਂ ਗੱਲ ਕੀਤੀ ਆ, ਕਿੰਨੀ ਸਬਸਿਡੀ ਉਹ ਦੇਣ ਦੀ ਗੱਲ ਕਰਦੇ ਹੁੰਦੇ ਆ, ਕੀ ਉਹਨਾਂ ਪੂਰੀ ਪੈ ਜਾਂਦੀ ਆ? ਦੇਖੋ ਭਾਈ ਸਾਹਿਬ, ਕੁਛ ਕੁ ਮਸ਼ੀਨਰੀ ਹੈ ਨਾ, ਜਿਹੜੇ ਸਾਧਨ ਹੈ ਉਹਨਾਂ ਉੱਤੇ ਕਿਸੇ ਦੇ ਉੱਤੇ 25% ਹੈ, ਕਿਸੇ ਤੇ 45 ਹੈ, ਕਿਸੇ ਤੇ 50% ਵੀ ਹੈਗੀ, ਕਿਸੇ ਤੇ 75 ਵੀ ਹੈਗੀ ਆ, ਪਰ ਉਹ ਜ਼ਿਮੀਂਦਾਰ ਤੱਕ ਨਹੀਂ ਪਹੁੰਚਦੀ ਹੈਗੀ। ਜ਼ਿਮੀਂਦਾਰ ਤੱਕ ਆਉਂਦਿਆਂ ਬਹੁਤ ਘੱਟ ਗਿਣਤੀ 'ਚ ਰਹਿ ਜਾਂਦੀ ਆ ਉਹ। ਜੇ ਉਹ ਪਹੁੰਚ ਜਾਵੇ ਪੂਰੀ ਤੁਹਾਡੇ ਕੋਲ? ਨਹੀਂ, ਦੇਖੋ ਮੈਂ ਤਾਂ ਕਹਿੰਦਾ ਜੀ, ਜ਼ਿਮੀਂਦਾਰ ਨੂੰ ਜੇ ਤੁਸੀਂ ਜਿਹੜੇ ਸੰਦਾਂ ਉੱਤੇ ਸਬਸਿਡੀ ਦੇਣੀ ਆ 100% ਹੀ ਦਿਓ, ਕਿਉਂਕਿ ਜ਼ਿਮੀਂਦਾਰ ਦੇ ਅੱਜ ਕੱਲ੍ਹ ਦੇਖਿਆ ਜਾਵੇ ਬਹੁਤੇ ਹਾਲਾਤ ਕੋਈ ਚੰਗੇ ਨਹੀਂ ਹੈਗੇ। ਜ਼ਿਮੀਂਦਾਰ ਬਹੁਤ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਆ। ਫਸਲਾਂ ਦੇ ਰੇਟ ਦਿਨੋਂ ਦਿਨ ਘਟ ਰਹੇ ਆ, ਪੈਸਟੀਸਾਈਡ ਹੋ ਗਿਆ ਜਾਂ ਕੋਈ ਫਰਟੀਲਾਈਜ਼ਰ ਦੇ ਰੇਟ ਵੱਧਦੇ ਜਾ ਰਹੇ ਆ, ਸੀਡ ਦੇ ਰੇਟ ਵੱਧਦੇ ਜਾ ਰਹੇ ਆ। ਇਹ ਮੈਂ ਕਹਿੰਦਾ ਕਿ ਇਸ ਟੋਟਲ 100% ਸਬਸਿਡੀ ਤੇ ਸਾਨੂੰ ਮਿਲਣੇ ਚਾਹੀਦੇ ਸਨ। ਅੱਛਾ, ਤੁਹਾਨੂੰ ਉਹਨਾਂ ਨੇ ਕਦੀ ਦੱਸਿਆ ਕਿਸੇ ਨੇ ਆ ਕੇ, ਕਿਸੇ ਅਧਿਕਾਰੀ ਨੇ ਸਰਕਾਰ ਵੱਲੋਂ, ਕਿ ਤੁਸੀਂ ਪਰਾਲੀ ਨਾ ਸਾੜੋ ਭਾਈ, ਪਰਾਲੀ ਸਾੜਨ ਦੀ ਜਗ੍ਹਾ ਤੇ ਤੁਸੀਂ ਆਹ ਕੰਮ ਕਰ ਲਓ, ਇਦਾਂ ਦਾ ਕੁਝ ਦੱਸਿਆ ਕਦੀ ਕਿਸੇ ਨੇ ਆ ਕੇ? ਨਹੀਂ ਭੁਪਿੰਦਰ ਸਿੰਘ ਜੀ, ਅੱਜ ਤੱਕ ਮੇਰੇ ਸੋਚਣ 'ਚ ਜਿੰਨਾ ਕਿ ਮੈਂ ਚੀਜ਼ ਨੂੰ ਦੇਖਿਆ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਅਜੇ ਤੱਕ ਗਰਾਊਂਡ ਲੈਵਲ ਤੇ ਨਹੀਂ ਆਇਆ। ਪਰਚੇ ਕੱਟਣ ਜ਼ਰੂਰ ਆ ਰਹੇ ਆ ਉਹ ਵੀ, ਜਿੱਤੇ ਪਿਛਲੇ ਸਾਲ ਵੀ ਪਰਚੇ ਉਹਨਾਂ ਨੇ ਕੱਟੇ, ਇਸੇ ਸਾਲ ਵੀ ਬਹੁਤ ਵੱਡਾ ਰੌਲਾ ਪਾਇਆ ਹੋਇਆ ਵੀ ਐਂ ਕਰ ਦਾਂਗੇ, ਜੇ ਕਰ ਦਾਂਗੇ। ਗਰਾਊਂਡ ਲੈਵਲ ਤੇ ਉਹਨੇ ਇਸ ਚੀਜ਼ ਦਾ ਪ੍ਰਚਾਰ ਨਹੀਂ ਕੀਤਾ ਕਿ ਪਰਾਲੀ ਨਾ ਸਾੜਨ ਦੇ ਬੈਨੀਫਿਟ ਕਿੰਨੇ ਆ। ਠੀਕ ਹੈ, ਅਸੀਂ ਇਸ ਚੀਜ਼ ਨਾਲ ਐਗਰੀ ਹਾਂ ਕਿ ਪਰਾਲੀ ਨਹੀਂ ਸਾੜਨੀ ਚਾਹੀਦੀ, ਪਰ ਜ਼ਿਮੀਂਦਾਰ ਨੂੰ ਤੁਸੀਂ ਉਹ ਸਾਧਨ ਤਾਂ ਦਿਓ। ਠੀਕ ਨਹੀਂ, ਇਹ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਟੋਟਲ ਸੰਦ ਜਿਹੜੇ ਟੋਟਲ ਸਬਸਿਡੀ ਬਿਲਕੁਲ 100% ਹੋਣੀ ਚਾਹੀਦੀ ਹੈ ਜੀ। ਮੇਰੇ ਨਾਲ ਐਗਰੀਕਲਚਰ ਦੇ ਮਾਹਰ ਹੋਰ ਵੀਰ ਹੈਗੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਜੁਝਾਰ ਸਿੰਘ ਜੀ, ਜਿਨ੍ਹਾਂ ਨੇ PhD ਕੀਤੀ ਹੋਈ ਹੈ ਐਗਰੀਕਲਚਰ ਤੇ, ਫਤਿਹਗੜ੍ਹ ਸਾਹਿਬ ਦੇ ਕਾਲਜ ਵਿੱਚ ਪ੍ਰੋਫੈਸਰ ਹੈਗੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਪਰਾਲੀ ਸਾੜਨ ਦੇ ਵੈਸੇ ਆਪਾਂ ਚਲੋ ਸਾਰੇ ਸਮਝਦੇ ਹਾਂ ਕਿ ਨੁਕਸਾਨ ਤਾਂ ਹੈਗਾ ਹੀ ਹੈ ਨਾ ਜੀ, ਪੋਲਿਊਸ਼ਨ ਫੈਲਦਾ ਹੈਗਾ, ਗੱਡੀਆਂ ਦਾ ਧੂੰਆਂ ਉਹ ਵੀ ਪੋਲਿਊਸ਼ਨ ਫੈਲਾਉਂਦਾ, AC ਵੀ ਪੋਲਿਊਸ਼ਨ ਫੈਲਾਉਂਦਾ, ਫੈਕਟਰੀਆਂ ਦਾ ਭੱਠਿਆਂ ਦਾ ਜਿਹੜਾ ਧੂੰਆਂ ਹੈਗਾ ਉਹ ਵੀ ਪ੍ਰਦੂਸ਼ਣ ਫੈਲਾਉਂਦਾ ਹੈਗਾ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਜੇ ਪਰਾਲੀ ਨੂੰ ਸਾੜਿਆ ਨਾ ਜਾਵੇ, ਇਹਨੂੰ ਖੇਤ ਦੇ ਵਿੱਚ ਇੱਦਾਂ ਹੀ ਵਾਹ ਦਿੱਤਾ ਜਾਵੇ, ਤਾਂ ਉਹਦਾ ਫਾਇਦਾ ਹੁੰਦਾ ਕਿਸਾਨਾਂ ਨੂੰ? ਸਾਰੀਆਂ ਜਿਹੜੀਆਂ ਕੁਐਸਚਨ ਤੁਸੀਂ ਪੁੱਛੇ ਨੇ ਮੈਨੂੰ, ਉਹਦੇ ਵਿੱਚ ਇੱਕ ਲਾਈਨ ਮੈਂ ਹੋਰ ਐਡ ਕਰਕੇ ਫਿਰ ਤੁਹਾਡਾ ਜਵਾਬ ਦਿੰਦਾ। ਦੇਖੋ, ਮੈਂ ਇੱਕ ਚੀਜ਼ ਕਹਿੰਦਾ, ਜੇ ਸਾਡੀ ਗੌਰਮੈਂਟ ਇੰਨੀ ਸੰਜੀਦਗੀ ਦਿਖਾਉਂਦੀ ਹੈ এনवायरमेंट ਲਈ, ਤਾਂ ਅੱਜ ਸੜਕਾਂ ਸਾਡੀਆਂ 4 ਲਾਈਨ ਹੋ ਰਹੀਆਂ ਨੇ, ਉਹਦੇ ਨਾਲ ਦਰਖਤ ਕੱਟੇ ਜਾ ਰਹੇ ਨੇ। ਕਿੰਨੇ ਦਰਖਤ ਨਵੇਂ ਲੱਗ ਗਏ ਉਹ ਦੱਸ ਦਿਓ, ਕਿਉਂਕਿ ਕੀ ਹੈ ਕਿ ਦਰਖਤਾਂ ਨੇ এনवायरमेंट ਸਾਫ਼ ਕਰਨਾ। ਜੇ ਪਰਾਲੀ ਵੀ ਸਾੜਦੇ ਹਾਂ, ਸਾਡੇ ਕੋਲ ਜ਼ਿਆਦਾ ਅਮਾਊਂਟ ਦੇ ਵਿੱਚ ਜੰਗਲ ਜਿਹੜੇ ਵੱਡੇ ਆ ਅਸੀਂ ਉਹ ਹੁੰਦੇ, ਜਾਂ ਦਰਖਤ ਸੜਕਾਂ ਦੇ ਨਾਲ ਹੁੰਦੇ, ਮੈਨੂੰ ਲੱਗਦਾ ਹੈ ਕਿ ਉਹ ਵਾਤਾਵਰਨ ਆਪ ਹੀ ਸਾਫ਼ ਹੋ ਜਾਂਦਾ। ਔਰ ਦੂਜੀ ਗੱਲ, ਕਾਰਬਨ ਡਾਈਆਕਸਾਈਡ ਵਧਣ ਦੇ ਨਾਲ, ਜਿੱਥੇ ਗਲੋਬਲ ਵਾਰਮਿੰਗ ਹੋ ਰਹੀ ਹੈ, ਉਹਦੇ ਨਾਲ ਹੀ ਕਾਰਬਨ ਡਾਈਆਕਸਾਈਡ ਕਈ ਫਸਲਾਂ ਦੀ ਪੈਦਾਵਾਰ ਵੀ ਵਧਾਉਂਦੀ ਹੈ। ਅੱਛਾ ਜੀ। ਸੋ ਅਗਰ ਅਸੀਂ ਸਾਰਾ ਕੁਝ ਦੇਖਦੇ ਹਾਂ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਨੁਕਸਾਨਦਾਇਕ ਹੈ, ਕਿਉਂਕਿ ਕਾਰਬਨ ਡਾਈਆਕਸਾਈਡ ਸਾਡੇ ਵਾਤਾਵਰਨ 'ਚ ਵੱਧ ਰਹੀ ਹੈ। ਦੂਜਾ ਇਹ ਹੈ ਕਿ ਜੇ ਅਸੀਂ ਉਹਨੂੰ ਖੇਤਾਂ ਦੇ ਵਿੱਚ ਵਾਹ ਦਿੰਦੇ ਹਾਂ
ਤਾਂ ਠੀਕ ਹੈ, ਉਹਦੀ ਖਾਦ ਬਣਦੀ ਆ, ਨਿਊਟ੍ਰੀਸ਼ਨ ਉਹਦੇ ਵਿੱਚ ਜਾਂਦਾ ਆ, ਪਰ ਉਹਦਾ ਨੁਕਸਾਨ ਇਹ ਵੀ ਅਸੀਂ ਪਿਛਲੇ ਸਾਲਾਂ 'ਚ ਦੇਖਿਆ ਕਿ ਕਈ ਤਰ੍ਹਾਂ ਦੀਆਂ ਸੁੰਡੀਆਂ ਜਿਹੜੀਆਂ ਉਹ ਪੈਦਾ ਹੋ ਗਈਆਂ ਅਤੇ ਕਿਸਾਨ ਦੀ ਜਿਹੜੀ ਅਗਲੀ ਫਸਲ ਯਾਨੀ ਕਿ ਜਿਹੜੀ ਉਹਨੇ ਕਣਕ ਲਗਾਈ ਸੀ ਉਹ ਸਾਰੀ ਦੀ ਸਾਰੀ ਖਰਾਬ ਹੋ ਗਈ। ਇੱਕ ਛੋਟੀ ਜਿਹੀ ਗੱਲ ਹੋਰ ਐਡ ਕਰ ਲਾਂ ਕਿ ਹੁਣ ਸਭ ਤੋਂ ਵੱਡੀ ਸਾਨੂੰ ਪਰਾਲੀ ਦੀ ਦਿੱਕਤ ਆ ਰਹੀ ਆ, ਅਤੇ ਪਰਾਲੀ ਸਾਨੂੰ ਦਿੱਤੀ ਕਿਹਨੇ ਹੈ? ਝੋਨਾ ਸਾਨੂੰ ਪੰਜਾਬ ਚਲਾਉਣ ਲਈ ਕਿਹਾ ਕਿਹਨੇ ਹੈ? 1965 ਤੋਂ ਪਹਿਲਾਂ ਅਗਰ ਤੁਸੀਂ ਦੇਖਦੇ ਹੋ ਤਾਂ ਪੰਜਾਬ ਦੇ ਵਿੱਚ ਜ਼ਿਆਦਾ ਝੋਨਾ ਨਹੀਂ ਲੱਗਦਾ ਸੀ। 1965 ਜਦੋਂ ਅਸੀਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਲੱਗਣਾ ਸ਼ੁਰੂ ਹੋਇਆ। ਫਿਰ ਇਹ ਕੌਣ ਲਾਉਣ ਲੱਗਾ? ਇਹ ਕਿਸਾਨ ਆਪ ਲਾਉਣ ਲੱਗੇ ਜਾਂ ਸਰਕਾਰ ਨੇ ਤੁਹਾਨੂੰ ਲਾਇਆ ਇਹ ਸਾਰੇ? ਦੇਖੋ, ਜਿਹੜਾ ਸਰਕਾਰ ਹੈ ਉਸ ਟਾਈਮ ਉਹਨੂੰ ਅੰਨ ਚਾਹੀਦਾ ਸੀ। ਜਿੱਦਾਂ ਅਸੀਂ ਕਹਿ ਰਹੇ ਹਾਂ ਕਿ ਮੋਦੀ ਕਿਸਾਨਾਂ ਦਾ ਪੱਖੀ ਨਹੀਂ ਹੈ, ਫਿਰ ਉਸ ਸਮੇਂ ਇੱਕ ਪੱਖੀ ਜਿਹੜਾ ਪ੍ਰਧਾਨ ਮੰਤਰੀ ਸੀ ਉਹ ਵੀ ਸੀ, ਲਾਲ ਬਹਾਦਰ ਸ਼ਾਸਤਰੀ, ਜਿਹਨੇ ਇਹ ਕਿਹਾ ਕਿ ਤੁਸੀਂ ਰੋਟੀ ਖਾਣੀ ਛੱਡ ਦਿਓ ਕਿਉਂਕਿ ਸਾਡੇ ਕੋਲ ਅੰਨ ਹੈ ਨਹੀਂ। ਅਤੇ ਫਿਰ ਗ੍ਰੀਨ ਰੈਵੋਲੂਸ਼ਨ ਆਉਂਦੀ ਹੈ ਅਤੇ ਫਿਰ ਸਾਰਾ ਪ੍ਰੈਸ਼ਰ ਕਿੱਥੇ ਪਾਇਆ ਜਾਂਦਾ ਪੰਜਾਬ 'ਤੇ। ਇੱਕ ਪਾਸੇ ਭੁੱਖਮਰੀ ਹੈ, ਕਲੀਅਰ ਹੈ, ਤਾਂ ਹੀ ਸਾਨੂੰ ਕਿਹਾ ਗਿਆ ਕਿ ਤੁਸੀਂ ਦੁਪਹਿਰ ਦੀ ਰੋਟੀ ਛੱਡ ਦਿਓ। ਇੱਕ ਪਾਸੇ ਅਸੀਂ ਢਿੱਡ ਵੀ ਭਰ ਰਹੇ ਹਾਂ ਸਾਰਿਆਂ ਦਾ, ਤਾਂ ਹੀ ਅੱਜ ਮਲਟੀ ਸਟਾਰ ਜਿਹੜੀਆਂ ਕੰਪਨੀਆਂ ਨੇ, ਡੋਮੀਨੋਜ਼ ਹੋ ਗਿਆ, ਮੈਕਡੋਨਲਡਸ ਹੋ ਗਿਆ, ਉਹ ਸਾਡੇ ਆ ਰਹੀਆਂ ਨੇ ਕਿਉਂਕਿ ਅਸੀਂ ਰੋਟੀ ਖਾ ਰਹੇ ਹਾਂ। ਜੇ ਅੱਜ ਉੱਥੇ ਤੱਕ ਪਹੁੰਚਾਇਆ ਤਾਂ ਇਸੇ ਕਿਸਾਨ ਨੇ ਪਹੁੰਚਾਇਆ। ਅੱਛਾ, ਤੁਹਾਨੂੰ ਕੀ ਲੱਗਦਾ ਵੀ ਸਰਕਾਰ ਇਦਾਂ ਦੇ ਫੈਸਲੇ ਲੈ ਰਹੀ ਹੈ, ਨੀਅਤ ਕੀ ਹੈ? ਤੁਹਾਨੂੰ ਉਹਨਾਂ ਦੀ ਨੀਅਤ 'ਤੇ ਸ਼ੱਕ ਹੈ? ਦੇਖੋ, ਜਿੱਥੇ ਤੱਕ ਨੀਅਤ 'ਤੇ ਸ਼ੱਕ ਹੈ ਉਹਦੇ ਵਿੱਚ ਮੇਰੇ ਖਿਆਲ 'ਚ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਕਿਸਾਨ ਸਾਰੇ ਜਾਣਦੇ ਨੇ ਕੀ ਕੁਛ ਹੋ ਰਿਹਾ। ਦੂਜੀ ਗੱਲ ਇਹ ਹੈ ਕਿ ਅਸੀਂ ਮੈਂ ਤਾਂ ਪੁੱਛਿਆ ਹੈਗਾ, ਜਿੱਦਾਂ ਤੁਸੀਂ ਕਿਹਾ ਕਿ ਕਿਸਾਨ ਸਾਰੇ ਜਾਣਦੇ ਆ, ਪਿੱਛੇ ਜੇ ਜਿਸ ਇਲਾਕੇ ਵਿੱਚ ਆਪਾਂ ਹੈਗੇ ਆ, ਇੱਥੇ ਬੀਜੇਪੀ ਵਾਲੇ ਜਦੋਂ ਵੋਟਾਂ ਦੇ ਖੜਦੇ ਆ ਤਾਂ ਲੋਕਾਂ ਨੇ, ਕਿਸਾਨਾਂ ਨੇ ਵੀ ਵੋਟਾਂ ਪਾਈਆਂ ਸੀਗੀਆਂ। ਮੈਂ ਜਾਣਦਾ, ਤੁਸੀਂ ਵੀ ਜਾਣਦੇ ਹੋਵੋਗੇ। ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹਨੂੰ ਪਿੱਛੇ ਲੈ ਜਾ ਥੋੜ੍ਹਾ ਜਿਹਾ, ਕਿ 1965 ਤੋਂ ਪਹਿਲਾਂ ਜਿਹੜਾ ਕੋਦਰਾ ਸੀ ਉਹ ਸਾਡੇ ਖੇਤਾਂ 'ਚ ਹੁੰਦਾ ਸੀ। ਅਗਰ ਅਸੀਂ ਇਤਿਹਾਸ ਦੇਖਦੇ ਹਾਂ ਤਾਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਰੋਟੀ ਨਿਚੋੜੀ ਹੈ ਭਾਈ ਲਾਲੋ ਦੀ, ਤਾਂ ਉਹਦੇ ਵਿੱਚੋਂ ਦੁੱਧ ਨਿਕਲਿਆ ਅਤੇ ਉਹ ਰੋਟੀ ਕੋਦਰੇ ਦੀ ਸੀ। ਅਤੇ ਅੱਜ ਕੋਦਰਾ ਪੰਜਾਬ 'ਚ ਸਾਨੂੰ ਮਿਲਦਾ ਨਹੀਂ। ਹੁਣ ਕੁਛ ਏਰੀਆ ਦੇ ਵਿੱਚ ਕੋਦਰਾ ਜਿਹੜਾ ਹੈ ਉਹ ਲੱਗਣਾ ਸ਼ੁਰੂ ਹੋਇਆ, ਅਤੇ ਉਹ ਸਾਡੀਆਂ ਟ੍ਰੈਡੀਸ਼ਨਲ ਫਸਲਾਂ ਸੀ। ਅੱਜ ਅਸੀਂ ਦੇਖਦੇ ਹਾਂ ਝੋਨਾ ਅਸੀਂ ਲਾਉਂਦੇ ਜ਼ਰੂਰ ਹਾਂ, ਚੌਲ ਕਿੰਨੇ ਕੁ ਅਸੀਂ ਖਾਂਦੇ ਹਾਂ? ਸਾਰਾ ਅਸੀਂ ਭਾਰਤ ਨੂੰ ਦੇ ਰਹੇ ਹਾਂ, ਹਿੰਦੁਸਤਾਨ ਨੂੰ ਦੇ ਰਹੇ ਹਾਂ ਜੋ ਕਹਿ ਰਹੇ ਹਾਂ ਅਸੀਂ, ਪਰ ਪੰਜਾਬ 'ਚ ਕਿੰਨਾ ਕੁ ਵਰਤਿਆ ਜਾ ਰਿਹਾ? 1965 ਤੋਂ ਅਸੀਂ ਲਗਾ ਰਹੇ ਹਾਂ। ਇੱਕ ਛੋਟਾ ਜਿਹਾ ਐਸਟੀਮੇਟ ਲਾ ਕੇ ਦੇਖੀਏ, 1 ਕਿਲੋ ਚੌਲ ਜਦੋਂ ਅਸੀਂ ਪੈਦਾ ਕਰਦੇ ਹਾਂ ਤਾਂ ਆਲਮੋਸਟ 4000 ਤੋਂ 5000 ਲੀਟਰ ਪਾਣੀ ਲੱਗਦਾ, ਅਤੇ 1 ਕਿੱਲੇ 'ਚੋਂ ਕਿੰਨਾ ਝੋਨਾ ਨਿਕਲਿਆ? ਅਤੇ 1965 ਤੋਂ ਲੈ ਕੇ ਅੱਜ 2020 ਕਿੰਨਾ ਪਾਣੀ ਅਸੀਂ ਜ਼ਮੀਨ 'ਚੋਂ ਕੱਢ ਕੇ ਹਿੰਦੁਸਤਾਨ ਦਾ ਢਿੱਡ ਪਾਲਿਆ। ਅਤੇ ਅੱਜ ਜੇ ਅਸੀਂ ਡੁੱਬ ਰਹੇ ਹਾਂ ਤਾਂ ਕਿਸ ਕਰਕੇ ਡੁੱਬ ਰਹੇ ਹਾਂ ਤੁਸੀਂ ਦੇਖ ਰਹੇ ਹੋ। ਪਰ ਫਿਰ ਨਾ ਲਾਓ ਝੋਨਾ, ਹਟ ਜਾਓ ਝੋਨਾ ਲਾਉਣਾ। ਫਿਰ ਦੇਖੋ, ਇਹ ਵੀ ਇੱਕ ਸੋਲਿਊਸ਼ਨ ਹੈ, ਪਰ ਫਿਰ ਕਿਸਾਨਾਂ ਲਈ ਗੌਰਮੈਂਟ ਇਹ ਕਹਿ ਦੇ ਕਿ ਤੁਸੀਂ ਝੋਨਾ ਛੱਡ ਦਿਓ, ਆਹ ਫਸਲ ਲਗਾਓ, ਅਸੀਂ ਇਹਦਾ ਕੀਮਤ ਦੇਵਾਂਗੇ। ਤੁਸੀਂ ਇਹ ਲਾ ਲਓ, ਪਰਾਲੀ ਦੀ ਸਮੱਸਿਆ ਵੀ ਖਤਮ, ਫਸਲ ਦੀ ਸਮੱਸਿਆ ਵੀ ਖਤਮ, ਸਾਰੀਆਂ ਸਮੱਸਿਆਵਾਂ ਖਤਮ ਹੈ। ਜੇ ਉਹਨੂੰ ਕਹਿੰਦੇ ਆ ਵੀ ਤੁਸੀਂ ਝੋਨਾ ਨਹੀਂ ਲਾਣਾ, ਇਹਦੀ ਜਗ੍ਹਾ ਫਲਾਣੀ ਫਸਲ ਲਾਓ, ਅਸੀਂ ਚੱਕਾਂਗੇ, ਕਿਸਾਨ ਲਾਊਗਾ ਹੀ ਨਹੀਂ। ਅੱਛਾ, ਜੇ ਝੋਨਾ ਲਾਉਣਾ ਹੀ ਆ, ਮੰਨ ਲਓ ਜਿੱਦਾਂ ਹੁਣ ਲੱਗ ਰਿਹਾ ਹੈਗਾ, ਜੇ ਝੋਨਾ ਲਾਉਣਾ ਹੀ ਆ, ਜਿੱਦਾਂ ਖੇਤਾਂ 'ਚ ਲਾਇਆ ਹੈਗਾ, ਹੁਣ ਵੱਢ ਲਿਆ ਹੈਗਾ, ਜਿਹੜੀ ਮਗਰ ਪਰਾਲੀ ਬਚ ਜਾਂਦੀ ਹੈਗੀ ਆ, ਜੇ ਮੋਦੀ ਸਾਹਿਬ ਕਹਿੰਦੇ ਆ ਕਿ 1 ਕਰੋੜ ਰੁਪਈਆ ਜੁਰਮਾਨਾ ਲੱਗੂਗਾ ਅਤੇ 5 ਸਾਲ ਦੀ ਸਜ਼ਾ ਹੋਊਗੀ, ਜੇ ਉਹ ਤੋਂ ਵੀ ਬਚਣਾ ਹੈਗਾ ਆ, ਜੇ ਉਹ ਸਾਰਾ ਕੁਝ ਲਾਗੂ ਹੋ ਜਾਂਦਾ ਆ, ਅਤੇ ਫਿਰ ਇਹਦਾ ਹੱਲ ਕੀ ਹੈਗਾ ਆ? ਜ਼ਮੀਨ ਵਿੱਚ ਜੇ ਤੁਸੀਂ ਕਹਿੰਦੇ ਆ ਕਿ ਵਾਹਿਆ ਜਾਵੇ ਤਾਂ ਉਹਦੇ ਨਾਲ ਸੁੰਡੀ ਪੈਂਦੀ ਆ, ਜਿਹੜੀ ਅਗਲੀ ਫਸਲ ਹੈਗੀ ਉਹ ਪ੍ਰਭਾਵਿਤ ਹੁੰਦੀ ਆ, ਫਿਰ ਕੀਤਾ ਕੀ ਜਾਵੇ? ਹੱਲ ਕੀ ਹੈਗਾ ਤੁਹਾਡੇ ਮੁਤਾਬਕ? ਦੇਖੋ, ਕਿਸਾਨਾਂ ਨੂੰ ਜੇ ਅਸੀਂ ਕੁਛ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਨਾਂ ਨੂੰ ਸਿਖਾਈਏ ਤਾਂ ਉਹਨਾਂ ਦੀ ਆਮਦਨ ਵੀ ਵਧਾ ਸਕਦੇ ਹਾਂ ਅਸੀਂ। ਜਿਵੇਂ ਮੈਂ ਗੱਲ ਕਰ ਲਾਂ ਕਿ ਖੁੰਭ ਦੀ ਕਾਸ਼ਤ ਆ, ਖੁੰਭਾਂ ਜਿਹੜੀਆਂ ਪਰਾਲੀ 'ਚ ਵੀ ਹੋ ਰਹੀਆਂ ਨੇ, ਤੂੜੀ 'ਚ ਵੀ ਹੋ ਰਹੀਆਂ ਨੇ, ਅਤੇ ਖੁੰਭਾਂ ਦੀ ਡਿਮਾਂਡ ਪੂਰੇ ਸੰਸਾਰ ਦੇ ਵਿੱਚ ਆ, ਅਤੇ ਅਸੀਂ ਉਹ 'ਚੋਂ ਪੈਸੇ ਕਮਾ ਸਕਦੇ ਹਾਂ। ਪਰ ਉਹ ਚੀਜ਼ਾਂ ਗੌਰਮੈਂਟ ਨੇ ਉਹਨੂੰ ਪੋਪੂਲਰਾਈਜ਼ ਕਰਨ ਦੀ ਬਜਾਏ ਸਿੱਧਾ ਇੱਕ ਕਹਿ ਲਓ ਜ਼ੋਰ ਜ਼ਬਰਦਸਤੀ ਨਾਲ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਦੂਜੀ ਗੱਲ ਕਰ ਲਾਂ ਕਿ ਹੁਣ ਅੱਗੇ ਕਣਕ ਲੱਗਣੀ ਹੈ, ਅਤੇ ਮੈਂ ਵੀ ਆਪਣੇ ਏਰੀਏ ਦੇ ਵਿੱਚ ਹੁਣ ਕੁਛ ਕੰਟਰੈਕਟ ਫਾਰਮਿੰਗ ਅਸੀਂ ਕਰਵਾ ਰਹੇ ਹਾਂ, ਅਤੇ ਉੱਥੇ ਫੁੱਲਾਂ ਦੀ ਖੇਤੀ ਕਰਵਾ ਰਹੇ ਹਾਂ ਜਿਨ੍ਹਾਂ ਦਾ ਬੀਜ ਤਿਆਰ ਹੋ ਕੇ ਫੋਰਨ ਕੰਟਰੀਜ਼ 'ਚ ਜਾਂਦਾ ਹੈ। ਸੋ ਜੇ ਉਹ ਫੁੱਲਾਂ ਦੇ ਬੀਜ ਅਸੀਂ ਤਿਆਰ ਕਰਨੇ ਇਹਦਾ ਮਤਲਬ ਸਾਨੂੰ ਕਣਕ ਛੱਡਣੀ ਪਏਗੀ। ਜੇ ਕਿਸਾਨ ਅਲਟਰਨੇਟਿਵ 'ਤੇ ਤੁਰ ਪੈਂਦਾ ਤਾਂ ਇੱਕ ਗੱਲ ਕਲੀਅਰ ਹੈ ਵੀ ਕੱਲ੍ਹ ਨੂੰ ਦੇਸ਼ ਫੇਰ ਉਸ ਹਾਲਾਤ 'ਚ ਪਹੁੰਚ ਸਕਦਾ ਹੈ ਕਿ ਦੁਪਹਿਰ ਨੂੰ ਰੋਟੀ ਖਾਣੀ ਛੱਡ ਦਿਓ। ਸੋ ਅਸੀਂ ਢਿੱਡ ਵੀ ਭਰ ਰਹੇ ਹਾਂ, ਆਪਣੇ ਆਪ ਨਾਲ ਕੰਪਨਸੇਟ ਵੀ ਕਰ ਰਹੇ ਹਾਂ। ਉਸ ਤੋਂ ਬਾਅਦ ਜੇ ਗੌਰਮੈਂਟ ਸਾਡੇ ਨਾਲ ਧੱਕੇਸ਼ਾਹੀ ਕਰਦੀ ਹੈ ਤਾਂ ਉੱਥੇ ਇੱਕ ਇਹ ਦੇਖਣਾ ਪਏਗਾ ਕਿ ਕੱਲ੍ਹ ਨੂੰ ਪੂਰੇ ਦੇਸ਼ ਨੂੰ ਭੁੱਖ ਮਰੀ ਨਾਲ ਨਜਿੱਠ ਸਕਦੇ ਹਾਂ ਜਾਂ ਨਹੀਂ। ਗੁਰਮੀਤ ਸਿੰਘ ਜੀ, ਮੈਂ ਨਾ ਇੱਕ ਸੱਜਣ ਨਾਲ ਜਦੋਂ ਗੱਲ ਕੀਤੀ ਵੀ 1 ਕਰੋੜ ਰੁਪਈਆ ਜੁਰਮਾਨਾ ਲੱਗੂਗਾ ਤੁਹਾਨੂੰ ਅਤੇ 5 ਸਾਲ ਦੀ ਸਜ਼ਾ,
ਉਹ ਸੱਜਣ ਅੱਗੇ ਹੱਸ ਪਿਆ। ਉਹ ਕਹਿੰਦਾ ਵੀ ਮੈਂ ਕਿਹਾ ਕਾਹਤੋਂ ਹੱਸਿਆ? ਕਹਿੰਦਾ ਮੈਂ ਇਸ ਗੱਲ ਤੋਂ ਹੱਸਿਆ, ਮੈਂ ਖੁਸ਼ ਹਾਂ। ਕਹਿੰਦਾ ਵੀ ਮੋਦੀ ਸਾਹਿਬ ਨੂੰ ਐਵੇਂ ਲੱਗਦਾ ਕਿ ਅਸੀਂ ਇੰਨੇ ਕੁ ਅਮੀਰ ਹੈਗੇ ਹਾਂ ਤਾਂ ਹੱਸਿਆ। ਕਹਿੰਦਾ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹੈਗਾ ਕਿ ਸਰਕਾਰ ਜਿਹੜੇ ਇਹ ਫੈਸਲੇ ਲੈ ਰਹੀ ਆ, ਆਮ ਜਿਹੜੇ ਲੋਕ ਹੈਗੇ ਆ, ਕਿਸਾਨ ਆ ਚਾਹੇ ਜਾਂ ਗੈਰ ਕਿਸਾਨ ਵੀ ਹੈਗੇ ਆ, ਇਕੱਲਾ ਇਹੀ ਇੱਕ ਫੈਸਲਾ ਨਹੀਂ, ਬਹੁਤ ਸਾਰੇ ਫੈਸਲੇ ਮੋਦੀ ਸਰਕਾਰ ਵੱਲੋਂ ਲਏ ਗਏ ਆ। ਆਮ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਤੁਸੀਂ ਕਿੱਦਾਂ ਸਮਝਾਉਣਾ ਚਾਹੁੰਦੇ ਆ ਕਿ ਭਾਈ ਉਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ? ਕਿਉਂਕਿ ਜਿੱਦਾਂ ਬਹੁਤ ਸਾਰੇ ਲੋਕ ਕਹਿੰਦੇ ਆ, ਸਟੇਜਾਂ 'ਤੇ ਵੀ ਕਹਿੰਦੇ ਆ ਕਿ ਉਹ ਤੁਹਾਨੂੰ ਖਤਮ ਕਰਨਾ ਚਾਹੁੰਦੇ ਆ, ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਚਾਹੁੰਦੇ ਆ। ਸਮੇਂ ਦੀਆਂ ਹਕੂਮਤਾਂ ਨੇ ਤੁਹਾਡੀ ਬਾਰ-ਬਾਰ ਵੱਖ-ਵੱਖ ਢੰਗ ਤਰੀਕਿਆਂ ਨਾਲ ਨਸਲਕੁਸ਼ੀ ਕੀਤੀ ਆ। ਆਮ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਭੁਪਿੰਦਰ ਸਿੰਘ ਜੀ, ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਜਦੋਂ ਤੋਂ ਇਹ ਭਾਰਤ ਆਜ਼ਾਦ ਹੋਇਆ ਆ, ਉਦੋਂ ਤੋਂ ਲੈ ਕੇ ਵੋਟਿੰਗ ਸਿਸਟਮ ਦੇ ਜ਼ਰੀਏ ਕਿਵੇਂ ਇੱਥੇ ਦੇ MLA MP ਵਗੈਰਾ ਜਾਂ ਕੁਛ CM ਵਗੈਰਾ ਜਿਨ੍ਹਾਂ ਨੇ ਸਾਨੂੰ ਲੁੱਟਿਆ ਜੀ। ਮੈਂ ਕਹਿੰਦਾ ਕਿ ਸਾਨੂੰ ਸੁਚੇਤ ਹੋਣਾ ਚਾਹੀਦਾ। ਜਦੋਂ ਇਹ ਲੋਕ MLA ਜਾਂ MP ਤੁਹਾਡੇ ਪਿੰਡਾਂ ਵਿੱਚ, ਤੁਹਾਡੇ ਗਰਾਊਂਡ ਲੈਵਲ ਤੇ ਤੁਹਾਡੇ ਘਰਾਂ ਤੱਕ ਆਉਂਦੇ ਆ ਨਾ ਵੋਟਾਂ ਲੈਣ ਦੇ ਲਈ, ਉਦੋਂ ਇਹਨਾਂ ਨੂੰ ਧੌਣਾ ਤੋਂ ਫੜੋ, ਇਹਨਾਂ ਨੂੰ ਪੁੱਛੋ ਵੀ ਤੂੰ ਪਰਾਲੀ ਦਾ ਹੱਲ ਕਰ, ਤੈਨੂੰ ਅਸੀਂ ਇੰਨੀਆਂ ਵੋਟਾਂ ਪਾ ਕੇ ਜਿਤਾਇਆ, ਤੇਰੇ ਲਈ ਪਿੰਡਾਂ ਵਿੱਚ 4-4 ਧੜੇ ਬਣ ਗਏ ਆ ਜੀ। ਇਸ ਟਾਈਮ ਪਾਰਟੀਆਂ ਧੜੇ ਬਣ ਚੁੱਕੇ ਆ ਨਾ। ਮੈਂ ਕਹਿੰਦਾ ਕਿ ਇਹਨਾਂ ਲੋਕਾਂ ਨੂੰ ਧੌਣਾ ਤੋਂ ਫੜ ਕੇ ਪੁੱਛੋ ਕਿ ਪਰਾਲੀ ਦਾ ਹੱਲ ਤੂੰ ਕਰ। ਸਾਡੇ ਕੋਲੋਂ ਤੁਸੀਂ ਕਹਿ ਰਹੇ ਆ ਕਿ ਤੁਸੀਂ ਦੇਖੋ ਹਰੀ ਕ੍ਰਾਂਤੀ ਦੇ ਨਾਂ ਤੇ ਸਾਨੂੰ ਪੰਜਾਬ ਨੂੰ ਸਭ ਤੋਂ ਵੱਧ, ਹਰੀ ਕ੍ਰਾਂਤੀ ਨੇ ਪੰਜਾਬ ਨੂੰ ਬਰਬਾਦ ਕੀਤਾ ਸਭ ਤੋਂ ਵੱਧ। ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ। ਦੇਖੋ ਹਰੀ ਕ੍ਰਾਂਤੀ, ਤੁਸੀਂ ਚਿਰਾ ਪੂੰਜੀ ਦੀ ਫਸਲ ਲਿਆਣ ਕੇ ਝੋਨਾ ਪੰਜਾਬ 'ਚ ਲਗਾ ਰਹੇ ਹੋ। ਤੁਸੀਂ ਪੰਜਾਬ ਦੇ ਵਿੱਚ ਪਾਣੀ ਦਾ ਲੈਵਲ ਤੁਸੀਂ ਦੇਖੋ ਇਸ ਟਾਈਮ ਭੁਪਿੰਦਰ ਸਿੰਘ ਜੀ ਰੈੱਡ ਲਾਈਨ ਦੇ ਕਰੀਬ ਪਹੁੰਚ ਗਿਆ ਹੈ, ਯੈਲੋ ਲਾਈਨ ਕ੍ਰਾਸ ਕਰ ਰਿਹਾ ਹੈ। ਤੁਸੀਂ ਇਸ ਚੀਜ਼ ਦੇ ਉੱਤੇ ਸਾਡੇ ਲੋਕਾਂ ਨੇ ਜਾਂ ਇੱਥੇ ਦੀਆਂ ਸਰਕਾਰਾਂ ਨੇ ਕਦੀ ਸੋਚਿਆ ਕਿ ਅੱਗੇ ਅਸੀਂ ਪੈਸਾ ਕਿਹਨਾਂ ਲਈ ਕਮਾ ਰਹੇ ਹਾਂ? ਆਪਣੀ ਆਉਣ ਵਾਲੀਆਂ ਨਸਲਾਂ ਲਈ ਕਮਾ ਰਹੇ ਹਾਂ। ਜੇ ਪਾਣੀ ਨਹੀਂ ਸਾਡਾ ਹੋਊਗਾ, ਸਾਡੇ ਇੱਥੇ ਦੀ ਤੁਸੀਂ ਕਹਿ ਰਹੇ ਹੋ ਕਿ ਪੋਲੂਸ਼ਨ ਹੋ ਰਿਹਾ ਝੋਨੇ ਦੀ ਪਰਾਲੀ ਸਾੜਨ ਦੇ ਨਾਲ, ਤੁਸੀਂ ਇਸ ਚੀਜ਼ ਦਾ ਤੁਸੀਂ ਹੱਲ ਤਾਂ ਦਿਓ ਕੋਈ। ਜੀ ਵਾਕਈ। ਮੇਰੇ ਨਾਲ ਕੁਝ ਹੋਰ ਵੀਰ ਵੀ ਹੈਗੇ ਆ, ਅਰਵਿੰਦਰ ਸਿੰਘ ਜੀ, ਗੁਰਮੀਤ ਸਿੰਘ ਜੀ। ਮੈਂ ਕਹਿੰਦਾ ਕਿ ਉਹਨਾਂ ਨੂੰ ਇੱਥੇ ਸੱਦ ਲਈਏ ਮਾੜਾ ਜਿਹਾ, ਵੀ ਇੱਥੇ ਚੜੇ ਦੇ ਕੋਲ ਆ ਕੇ ਬਹਿ ਜਾਣ, ਕਿਉਂਕਿ ਆਹ ਚੜੇ ਦੇ ਉੱਪਰ ਆਪਾਂ ਸਪੈਸ਼ਲ ਇਸ ਕਰਕੇ ਬੈਠੇ ਆ ਕਿ ਪਿੰਡਾਂ ਦੀ ਰੌਣਕ ਹੁੰਦੇ ਆ। ਆਹ ਚੜੇ, ਆਹ ਦਰਖਤ ਲੱਗੇ ਹੋਏ ਆ, ਆਹ ਵਾਤਾਵਰਣ ਆਸੇ-ਪਾਸੇ ਖੇਤਾਂ ਦੇ ਵਿੱਚ ਆਹ ਲਾਗੇ ਲੱਗੇ ਹੋਏ ਦਰਖਤ, ਇੱਧਰ ਮੈਨੂੰ ਲੱਗਦਾ ਬੈਂਗਣਾਂ ਦੇ ਬੂਟੇ ਹੈਗੇ। ਇੱਦਾਂ ਦਾ ਮਾਹੌਲ ਹੈਗਾ ਜਿਹੜਾ ਪੰਜਾਬ ਦੇ ਪਿੰਡਾਂ ਦਾ ਮਾਹੌਲ ਪਹਿਲਾਂ ਵੀ ਹੋਇਆ ਕਰਦਾ ਸੀਗਾ ਤੇ ਅੱਜ ਵੀ ਇੱਦਾਂ ਦਾ ਹੀ ਮਾਹੌਲ ਹੈਗਾ। ਪਰ ਲੋਕਾਂ ਦਾ ਕਹਿਣਾ ਹੈਗਾ ਕਿ ਸਮੇਂ ਦੀਆਂ ਹਕੂਮਤਾਂ ਸਾਡੇ ਕੋਲੋਂ ਸਾਡੀ ਸਾਰੀ ਹਰ ਤਰ੍ਹਾਂ ਦੀ ਆਜ਼ਾਦੀ ਉਹ ਖੋਹ ਰਹੀਆਂ ਨੇ। ਮੇਰੇ ਨਾਲ ਅਰਵਿੰਦਰ ਸਿੰਘ ਜੀ ਹੈਗੇ ਨੇ, ਨਿਹੰਗ ਸਿੰਘ, ਨੌਜਵਾਨ ਸਿੰਘ ਹੈਗੇ ਆ। ਵੀਰ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ ਸਰਕਾਰ ਵੱਲੋਂ ਜਿਹੜੇ ਫੈਸਲੇ ਲਏ ਗਏ ਹੈਗੇ ਆ, ਜਿਵੇਂ ਅੱਜ ਦਾ ਜਿਹੜਾ ਦਿਨ ਹੈਗਾ 31 ਅਕਤੂਬਰ, ਅੱਜ ਦੇ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਗੱਡੀ ਚਾੜਿਆ ਸੀਗਾ ਨਾ ਜੀ, ਆਪਾਂ ਸਾਰੇ ਜਾਣਦੇ ਆ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹੈਗਾ ਕਿ ਬਹੁਤ ਸਾਰੇ ਸਿੰਘਾਂ ਦੇ ਮੂੰਹੋਂ ਮੈਂ ਸੁਣ ਚੁੱਕਾ ਹੈਗਾ ਕਿ ਜਿਹੜੀਆਂ ਤਾਕਤਾਂ, ਜਿਹੜੀਆਂ ਹਕੂਮਤਾਂ, ਜਿਹੜੇ ਲੀਡਰ, ਜਿਹੜੇ ਪ੍ਰਧਾਨ ਮੰਤਰੀ ਸਾਡੇ ਮੁਕੱਦਸ ਅਸਥਾਨ ਵੱਲ ਕੈਰੀ ਅੱਖ ਨਾਲ ਵੇਖਣਗੇ ਜਾਂ ਸਾਡੇ ਪੰਜਾਬ ਦੀ ਵੱਲ ਮਾੜੀ ਨਿਗਾਹ ਨਾਲ ਵੇਖਣਗੇ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਹੁਣ 1 ਕਰੋੜ ਰੁਪਈਆ ਜੁਰਮਾਨਾ ਪਰਾਲੀ ਸਾੜਨ ਤੇ 5 ਸਾਲ ਦੀ ਸਜ਼ਾ ਹੋਊਗੀ। ਮੋਦੀ ਸਾਹਿਬ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜੀ ਦੇਖੋ, ਇਹ ਤਾਂ ਸਿੱਧੀ ਜੀ ਗੱਲ ਹੈ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਇਸ ਧਰਤੀ ਦੇ ਉੱਤੇ ਸਾਰਾ ਫੈਲਿਆ, ਉਹ ਆਪਣੇ ਆਪ ਦੇ ਵਿੱਚ ਇਸ ਧਰਤੀ ਨੂੰ ਪਵਿੱਤਰ ਕਰਦਾ ਵਾ ਜੀ। ਉਸ ਫਲਸਫੇ ਨੂੰ ਗਾਹਾਂ ਪ੍ਰਚਾਰਦੇ ਹੋਏ ਗੁਰੂ ਸਾਹਿਬਾਨਾਂ ਨੇ, ਸ਼ਹੀਦਾਂ ਨੇ ਆਪਣੀ ਜਿਹੜੀ ਹੈਗੀ ਆ ਖੂਨ ਦੀ ਜਿਹੜੀ ਆਹੂਤੀ ਉਹ ਦਿੱਤੀ ਹੈਗੀ ਆ, ਅਤੇ ਉਹਨਾਂ ਕਮਾਈਆਂ ਦੇ ਵਿੱਚੋਂ ਪੰਜਾਬ ਦੀ ਕਿਰਸਾਨੀ ਜਿਹੜੀ ਹੈ ਉਹ ਵੱਧ ਫੁੱਲ ਕੇ ਸਾਹਮਣੇ ਆਈ ਹੈ। ਇਸੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਹੜੀਆਂ ਉਹ ਕਮਾਈਆਂ, ਜਿਹੜੀਆਂ ਬਰਕਤਾਂ ਇੱਥੇ ਦੇ ਬਜ਼ੁਰਗਾਂ ਦੀਆਂ ਸੀ, ਉਹਨਾਂ ਦੀ ਝੋਲੀ ਦੇ ਵਿੱਚ ਹੀ ਉਹ ਪਾ ਦਿੱਤੀਆਂ। ਅਤੇ ਪੰਜਾਬ ਦਾ ਕਿਸਾਨ ਕਦੀ ਵੀ ਇਹ ਬਰਦਾਸ਼ਤ ਨਹੀਂ ਕਰਦਾ। ਸ਼ੁਰੂ ਤੋਂ ਲੈ ਕੇ ਵੀ ਦਿੱਲੀ ਜਿਹੜੀ ਹੈਗੀ ਆ ਉਹ ਤਾਂ ਕਿਸਾਨ ਨੂੰ ਜਿਹੜੀ ਹੈਗੀ ਇੱਕ ਜੱਟ ਬੂਟ ਜਾਂ ਸਾਧ ਹੀ ਸਮਝਦੀ ਹੈਗੀ ਆ, ਪਰ ਇਹ ਕਿਸਾਨ ਕਿਹੜੇ ਵੇਲੇ ਜਿਹੜਾ ਆ ਤਲਵਾਰ ਦੀ ਮੁੱਠ ਨੂੰ ਹੱਥ ਪਾ ਲਵੇ ਇਹ ਕੋਈ ਨਹੀਂ ਜਾਣਦਾ ਹੁੰਦਾ। ਤੋ ਇਹ ਮਤਲਬ ਭਾਰਤ ਦੀ ਸਰਕਾਰ ਦਾ ਜਾਂ ਕਹਿ ਲਓ ਕਿ ਮੋਦੀ ਦਾ, ਕਿਸੇ ਦਾ ਵੀ ਜਾਂ ਹਕੂਮਤ ਦਾ ਇਹ ਇੱਕ ਭਰਮ ਹੀ ਆ ਵੀ ਉਹ ਬਾਕੀ ਸਾਰੇ ਦਬਾਏ ਜਾ ਸਕਦੇ ਆ, ਪਰ ਸਿੱਖ ਜਾਂ ਕਹਿ ਲਓ ਕਿ ਪੰਜਾਬ ਇਹਨਾਂ ਦੇ ਦਬਾਇਆ ਨਹੀਂ ਦਬਦਾ ਹੁੰਦਾ। ਇਹਨਾਂ ਦੇ ਸਾਹਮਣੇ ਰਿਜ਼ਲਟ ਪਏ ਹੋਏ ਆ, ਉਹਨਾਂ ਚੀਜ਼ਾਂ ਦੇ ਰਿਜ਼ਲਟ ਸਾਹਮਣੇ ਪਏ ਹੋਇਆ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਇੱਕ ਤੁਸੀਂ ਨੌਜਵਾਨ ਹੈਗੇ ਆ, ਤੁਸੀਂ ਹਾਲਾਤਾਂ ਨੂੰ ਆਪਣੇ ਵੱਖਰੇ ਤਰੀਕੇ ਨਾਲ ਹੋ ਸਕਦਾ ਦੇਖਦੇ ਹੋ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ, ਜਿਹੜਾ ਮੋਦੀ ਇਹ ਜੁਰਮਾਨਾ ਲਾਉਂਦਾ ਹੈਗਾ, ਹੁਣ ਘਰਾਂ ਵਿੱਚ ਕਈ ਵਾਰ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਾਕਾ ਜੇ ਤੂੰ ਉਧਰ ਨੂੰ ਗਿਆ ਤਾਂ ਅਸੀਂ ਤੇਰੀ ਸੇਵਾ ਕਰਾਂਗੇ, ਹੈ ਨਾ। ਔਰ ਉਹਦੇ ਪਿੱਛੇ ਮਾਂ ਦੀ ਜਾਂ ਪਿਓ ਦੀ ਮਨਸ਼ਾ ਹੁੰਦੀ ਹੈ ਕਿ ਮੈਂ ਆਪਣੇ ਪੁੱਤ ਨੂੰ ਕੁਰਾਹੇ ਨਹੀਂ ਜਾਣ ਦੇਣਾ, ਹੈ ਨਾ, ਕੁਰਾਹੇ ਨਹੀਂ ਪੈਣ ਦੇਣਾ।
ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋਊਗਾ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਆ ਤੇ ਉਹ ਤੁਹਾਡਾ ਫਾਇਦਾ ਸੋਚਦੇ ਹੋਣਗੇ। ਕੀ ਤੁਹਾਨੂੰ ਲੱਗਦਾ ਕਿ ਮੋਦੀ ਦੀ ਨੀਅਤ ਜਿਹੜੀ ਹੈਗੀ ਆ ਉਹ ਇਹ ਆ ਕਿ ਤੁਹਾਡੇ ਲੋਕਾਂ ਨੂੰ ਜਾਂ ਤੁਹਾਡੇ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾ ਕੇ ਰੱਖਣਾ, ਜਾਂ ਤੁਹਾਨੂੰ ਇਹ ਲੱਗਦਾ ਹੈਗਾ ਕਿ ਨਹੀਂ ਉਹਨਾਂ ਦੀ ਮਨਸ਼ਾ ਇਹ ਨਹੀਂ ਹੈਗੀ, ਹੋਰ ਕੁਛ ਆ? ਨਹੀਂ ਦੇਖੋ ਜੀ, ਇਹ 1947 ਜਾਂ ਉਸ ਤੋਂ ਪਹਿਲਾਂ ਵੀ ਜਦੋਂ ਤੋਂ ਇਹ ਕਾਨੂੰਨ ਬਣਦੇ ਆ ਰਹੇ, ਅਸੀਂ ਇਹਨੂੰ ਪਿੱਛੋਂ ਇਹਨੂੰ ਪੜਚੋਲ ਕਰੀਏ ਦੀ, ਮੋਦੀ ਤਾਂ ਸਿਰਫ ਇੱਕ ਚਿਹਰਾ ਵਾ ਨਾ। ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਉਹ ਤਾਂ ਪੰਜਾਬ ਨੂੰ ਵਧਣਾ ਤੇ ਫੁੱਲਣਾ ਦੇਖਣਾ ਹੀ ਨਹੀਂ ਚਾਹੁੰਦੀ। ਕਿਸਾਨੀ ਕਾਨੂੰਨ ਤਾਂ ਅੱਜ ਆਇਆ ਸਾਡੇ ਮੂਹਰੇ ਕਿੰਨੇ ਕਾਨੂੰਨ ਲਾਗੂ ਹੋਏ। ਸੰਜੇ ਦੱਤ ਦੇ ਉੱਤੇ ਜਿਹੜਾ ਹੈਗਾ ਆ ਉਸ ਵੇਲੇ ਟਾਡਾ ਜਿਹੜਾ ਹੈਗਾ ਕਾਨੂੰਨ ਹੋਰ ਤਰੀਕੇ ਦੇ ਨਾਲ ਜਿਹੜਾ ਹੈਗਾ ਲਾਗੂ ਹੁੰਦਾ, ਸਿੱਖਾਂ ਦੇ ਉੱਤੇ ਹੋਰ ਤਰੀਕੇ ਦੇ ਨਾਲ ਲਾਗੂ ਹੁੰਦਾ। ਤਾਂ ਅਸੀਂ ਮੋਦੀ ਨੂੰ ਨਾ ਦੇਖੀਏ, ਅਸੀਂ ਹਕੂਮਤ ਨੂੰ ਦੇਖੀਏ ਨਾ ਕਿ ਹਕੂਮਤ ਪੰਜਾਬ ਤੇ ਸਿੱਖਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਬਾਹ ਆਪਣਾ ਰੱਖਦੀ ਹੈਗੀ ਆ। ਤੇ ਉਸੇ ਤਰੀਕੇ ਦੇ ਨਾਲ ਸਾਡੀ ਅੱਜ ਦੇ ਸਮੇਂ ਦੇ ਵਿੱਚ ਕਮੀ ਵੀ ਇਹੀ ਆ ਵੀ ਅਸੀਂ ਚਿਹਰਿਆਂ ਦੇ ਵਿੱਚ ਕਦੀ ਦੇਖਦੇ ਹਾਂ ਵੀ ਕੇਜਰੀਵਾਲ ਆ ਗਿਆ, ਕਦੀ ਦੇਖਦੇ ਹਾਂ ਕਿ ਵਾਜਪਾਈ ਆ ਗਿਆ, ਕਦੀ ਦੇਖਦੇ ਹਾਂ ਕਿ ਨਰਿੰਦਰ ਮੋਦੀ ਆ ਗਿਆ, ਕਦੀ ਰਾਹੁਲ ਗਾਂਧੀ ਆ ਗਿਆ। ਅਸੀਂ ਵੰਡ ਕੇ ਦੇਖਦੇ ਹਾਂ। ਪਰ ਜਦੋਂ ਅਸੀਂ 18ਵੀਂ ਸਦੀ ਦੀ ਅੱਖ ਤੋਂ ਹਕੂਮਤ ਨੂੰ ਦੇਖੋਗੇ ਤਾਂ ਸਾਨੂੰ ਅਬਦਾਲੀ ਤੇ ਜ਼ਕਰੀਆ ਖਾਨ ਦੋਨੇ ਇੱਕੋ ਲੱਗੂਗੇ, ਸਾਨੂੰ ਚੰਦੂ ਤੇ ਗੰਗੂ ਦੋਨੇ ਇੱਕੋ ਤਰ੍ਹਾਂ ਦੇ ਲੱਗੂਗੇ ਉਹਦੇ ਵਿੱਚ। ਤੋ ਇਹਦੇ ਵਿੱਚ ਕਹਿ ਲਓ ਕਿ ਮੋਦੀ ਜੇ ਹੈਗਾ ਵੀ ਪੰਜਾਬ ਦਾ ਭਲਾ ਸੋਚਦਾ, ਭਲੇ ਭੁਲੇ ਵਾਲੀ ਇੱਥੇ ਕੋਈ ਗੱਲ ਨਹੀਂ ਹੈਗੀ ਜੀ। ਹਾਂਜੀ, ਮੇਰੇ ਨਾਲ ਇੱਕ ਹੋਰ ਵੀਰ ਵੀ ਹੈਗਾ, ਮੈਂ ਆਪ ਹੀ ਜਾਣਾ ਮੰਜੇ ਦੇ ਉੱਤੇ ਜਾ ਕੇ ਵੀ ਥੋੜ੍ਹਾ ਜਿਹਾ ਬਹਿ ਜਾਈਏ, ਕਿਉਂਕਿ ਪਿੰਡਾਂ ਦਾ ਜਿਹੜਾ ਮਾਹੌਲ ਹੈਗਾ, ਪਿੰਡਾਂ ਦਾ ਜਿਹੜਾ ਵਾਤਾਵਰਣ ਹੈਗਾ, ਜਿੱਥੇ ਆਪਾਂ ਇਸ ਵੇਲੇ ਬੈਠੇ ਹੈਗੇ, ਇੱਦਾਂ ਲੋਕੀ ਮੰਜਿਆਂ ਦੇ ਉੱਪਰ ਅੱਗੇ ਵੀ ਬਹਿੰਦੇ ਹੁੰਦੇ ਸੀਗੇ, ਅੱਜ ਵੀ ਬਹਿੰਦੇ ਹੈਗੇ ਆ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਹੈਗੇ ਆ। ਜਦੋਂ ਉਹਨਾਂ ਦੇ ਖਿਲਾਫ ਜਾਂ ਹਕੂਮਤਾਂ ਦੇ ਖਿਲਾਫ ਜਾਂ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਹੈਗਾ, ਜਿਹੜੇ ਲੋਕ ਨੀਤੀਆਂ ਘੜਦੇ ਆ, ਜਿਹਨੂੰ ਥਿੰਕ ਟੈਂਕ ਕਿਹਾ ਜਾਂਦਾ ਹੈਗਾ, ਜਦੋਂ ਉਹ ਪੰਜਾਬ ਦੇ ਲੋਕਾਂ ਵਾਸਤੇ ਨੀਤੀਆਂ ਘੜਦੇ ਤਾਂ ਉਸ ਵੇਲੇ ਉਹ ਸਾਰੇ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹੈਗੇ ਆ। ਜਦੋਂ ਜਿਨ੍ਹਾਂ ਲੋਕਾਂ ਵਾਸਤੇ ਨੀਤੀਆਂ ਘੜੀਆਂ ਜਾਂਦੀਆਂ ਨੇ, ਜਦੋਂ ਉਹ ਲੋਕ ਅੱਜ ਸੜਕਾਂ ਦੇ ਉੱਪਰ ਜਾ ਕੇ ਬੈਠੇ ਨੇ, ਅੱਜ ਟੋਲ ਪਲਾਜ਼ਿਆਂ ਦੇ ਉੱਪਰ ਉਹ ਧਰਨੇ ਲਾ ਕੇ ਬੈਠੇ ਆ, ਅੱਜ ਜਦੋਂ ਨਿੱਤ ਦਿਨ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ, ਚਾਹੇ ਉਹ ਚਿਹਰਾ ਹੈਗਾ ਮੋਹਰੇ, ਅੱਜ ਜਦੋਂ ਨਿੱਤ ਦਿਨ ਉਹਨਾਂ ਦਾ ਪਿੱਟ ਸਿਆਪਾ ਹੁੰਦਾ ਹੈਗਾ, ਬੀਬੀਆਂ ਪਿੱਟ ਸਿਆਪੇ ਕਰਦੀਆਂ। ਦੁਸਹਿਰਾ ਐਤਕੀ ਰਾਵਣ ਦੀ ਜਗ੍ਹਾ ਤੇ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਗਿਆ। ਐਦਾਂ ਦੇ ਹਾਲਾਤ ਹੈਗੇ ਆ। ਭਾਈ ਸਾਹਿਬ ਜੀ, 1 ਕਰੋੜ ਰੁਪਏ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਬੜੀ ਜ਼ਿਆਦਾ ਹੁੰਦੀ ਆ। ਵੀਰ ਨੇ ਕਿਹਾ ਸੀ ਮੈਨੂੰ ਹਾਸਾ ਆਉਂਦਾ, ਮੈਨੂੰ ਵੀ ਕਈ ਵਾਰ ਹਾਸਾ ਜਿਹਾ ਆਉਂਦਾ। ਕੀ ਕਹਿਣਾ ਚਾਹੁੰਦੇ ਹੋ ਮੋਦੀ ਦਾ ਜਿਹੜਾ ਇਹ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਜਾਂ ਉਹਨਾਂ ਨੇ ਬਿਆਨ ਦਿੱਤਾ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲੀ ਗੱਲ ਆ, ਮੈਨੂੰ ਤਾਂ ਮੋਦੀ ਦੀ ਜਿਹੜੀ ਸੋਚ ਆ ਨਾ ਬਿਲਕੁਲ ਘਟੀਆ ਲੱਗ ਰਹੀ ਆ। ਕਿਉਂਕਿ ਸਾਡੇ ਪੰਜਾਬ ਲਈ ਤਾਂ ਕੋਈ ਸੈਂਟਰ ਦੇ ਵਿੱਚ ਕੋਈ ਵੀ ਹੋਵੇ ਚਿਹਰਾ, ਜਿੱਦਾਂ ਭਾਜੀ ਹੁਣੇ ਦੱਸਿਆ ਵੀ ਮੋਦੀ ਹੋਵੇ, ਰਾਹੁਲ ਹੋਵੇ, ਕੇਜਰੀਵਾਲ ਹੋਵੇ, ਅੱਜ ਤੱਕ ਸੈਂਟਰ ਨੇ ਸਾਡੇ ਨਾਲ ਕੀਤੀਆਂ ਹੀ ਵਧੀਕੀਆਂ ਆ ਵੀ ਕਦੀ ਵੀ ਪੰਜਾਬ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਚਾਹੇ ਉਹ ਸਾਡਾ SYL ਦਾ ਮੁੱਦਾ ਹੋਵੇ, ਚਾਹੇ ਸਾਡੀ ਕਿਸਾਨੀ ਦਾ ਮੁੱਦਾ ਹੋਵੇ, ਕਿਉਂ ਇਹ ਉਹਨਾਂ ਦੀਆਂ ਬਹੁਤ ਵੱਡੀਆਂ ਨਲਾਇਕੀਆਂ ਕਹਿ ਲਓ ਵੀ ਅਸੀਂ ਅੱਜ ਤੱਕ ਜੋ ਵੀ ਹੈਗਾ ਆਪਣੇ ਹੱਕਾਂ ਲਈ ਸੰਘਰਸ਼ ਹੀ ਕਰਦੇ ਆਏ ਆ। ਇਸ ਤੋਂ ਬਾਅਦ ਵੀ ਪੰਜਾਬ ਨੂੰ ਕੋਈ ਸੁੱਖ ਦਾ ਸਾਹ ਨਹੀਂ ਮਿਲ ਰਿਹਾ। ਕਿਉਂ ਜਿਹੜਾ 1 ਕਰੋੜ ਦਾ ਨਾਮ ਰੱਖਿਆ ਆ, ਮੋਦੀ ਨੂੰ ਪੁੱਛੇ ਵੀ ਜੇ ਕਿਸਾਨ ਕੋਲ 1 ਤੋਂ 5 ਏਕੜ ਤੱਕ ਜਾਂ 10 ਏਕੜ ਤੱਕ ਦੇ ਜਿਹੜੇ ਮਾਲਕ ਹੈਗੇ ਆ, ਜੇ 1 ਕਰੋੜ ਰੁਪਈਆ ਜ਼ਿਮੀਂਦਾਰ ਦੇ ਕੋਲ ਹੋਵੇ ਤਾਂ ਉਹ ਆਪਣੇ ਵਧੀਆ ਟਰੈਕਟਰ, ਵਧੀਆ ਸੰਦ ਲੈ ਕੇ ਜੇ ਝੋਨੇ ਦੀ ਫਸਲ ਕੱਢਦਾ ਆ ਤਾਂ ਉਹਨੂੰ ਉਹਦੇ ਨਾਲ ਆਪਣਾ ਨਿਬੇੜਾ ਵੀ ਕਰ ਸਕਦਾ ਆ। ਪਰ ਜੇ ਕੱਲ ਨੂੰ ਕਿਤੇ ਤੁਸੀਂ ਪਰਾਲੀ ਸਾੜਦੇ ਫੜੇ ਜਾਂਦੇ ਹੈਗੇ ਆ, ਤੇ ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਹੁਣ ਬਦਲ ਤਾਂ ਸਾਨੂੰ ਦੱਸੋ ਨਾ ਵੀ ਉਹਦਾ ਬਦਲ ਕੀ ਹੈਗਾ। ਜੇ ਬਦਲ ਕੋਈ ਨਹੀਂ ਹੈਗਾ, ਕਿਸਾਨ ਪਰਾਲੀ ਸਾੜਦੇ ਆ, ਜੇ ਕੱਲ੍ਹ ਨੂੰ ਤੁਸੀਂ ਕਿਤੇ ਪਰਾਲੀ ਸਾੜਦੇ ਫੜੇ ਜਾਂਦੇ ਆ, 1 ਕਰੋੜ ਰੁਪਏ ਦਾ ਤੁਹਾਨੂੰ ਜੁਰਮਾਨਾ ਹੋ ਜਾਵੇ ਤੇ 5 ਵਰ੍ਹਿਆਂ ਦੀ ਤੁਹਾਨੂੰ ਸਜ਼ਾ ਹੋ ਜਾਵੇ, ਤਾਂ ਕਿੱਦਾਂ ਦੇ ਹਾਲਾਤ ਹੋ ਜਾਣਗੇ? 1 ਕਰੋੜ ਰੁਪਈਆ ਹੈਗਾ ਤੁਹਾਡੇ ਕੋਲ ਦੇਣ ਵਾਸਤੇ? ਭਾਜੀ 1 ਕਰੋੜ ਤਾਂ ਨਹੀਂ ਹੈਗਾ ਮੇਰੇ ਕੋਲ। ਮੈਂ ਜੇ ਕੱਲ੍ਹ ਨੂੰ ਪਰਾਲੀ ਸਾੜਦਾ ਫੜਿਆ ਜਾਂਦਾ ਆ, ਪਹਿਲੀ ਗੱਲ ਆ ਜਿਹੜਾ ਮੇਰੇ ਤੇ ਪਰਚਾ ਕੱਢਣਾ ਆਊਗਾ, ਪਹਿਲਾਂ ਜਾਂ ਤਾਂ ਮੈਂ ਉਹਨੂੰ ਮਾਰੂੰਗਾ ਜਾਂ ਖੁਦ ਮਰੂੰਗਾ, ਕਿਉਂ ਮੇਰੇ ਕੋਲ 1 ਕਰੋੜ ਰੁਪਈਆ ਨਹੀਂ ਹੈਗਾ ਤੇ ਨਾ ਮੇਰੇ ਕੋਲ ਇੰਨੀ ਪਾਵਰ ਹੈਗੀ ਆ ਵੀ ਮੈਂ ਬਹੁਤ ਵੱਡੀ ਮਸ਼ੀਨਰੀ ਲੈ ਕੇ ਉਹਨੂੰ ਮਿੱਟੀ ਦੇ ਵਿੱਚ ਮਿਲਾ ਦੇਵਾਂ ਤੇ ਅਗਲੀ ਫਸਲ ਦੀ ਤਿਆਰੀ ਕਰਾਂ। ਜ਼ਿਮੀਂਦਾਰਾਂ ਨੂੰ ਤਾਂ ਇਹਨੀ ਪਹਿਲਾਂ ਹੀ ਬਹੁਤ ਜ਼ਿਆਦਾ ਮਾਰ ਦਿੱਤਾ ਆ, ਕਿਉਂ ਉਹਨਾਂ ਦੇ ਫਸਲਾਂ ਦੇ ਰੇਟ। ਅਸੀਂ ਗੱਲ ਕਰਦੇ ਹਾਂ, ਮੈਂ ਵੀ ਇੱਕ ਕਿਸਾਨ ਆ, ਮੈਂ ਖੇਤੀ ਜ਼ਿਆਦਾ ਗੰਨੇ ਦੀ ਕਰਦਾ ਜਾਂ ਝੋਨੇ ਦੀ ਕਰਦਾ। ਸਾਡਾ ਪਿਛਲੇ ਸਾਲ ਦਾ ਗੰਨੇ ਦਾ ਬਕਾਇਆ ਹਜੇ ਤੱਕ ਮਿੱਲਾਂ ਦੇ ਵਿੱਚ ਫਸਿਆ ਆ। ਜਦੋਂ ਅਸੀਂ ਬਿੱਲ ਤਾਰਨ ਜਾਂਦੇ ਆ, ਸਾਡਾ ਇੱਕ ਦਿਨ ਬਿੱਲ ਲੇਟ ਹੋ ਜਾਵੇ, ਉਹਦਾ ਸਾਨੂੰ ਐਕਸਟਰਾ ਚਾਰਜ ਦੇਣਾ ਪੈਂਦਾ। ਬੈਂਕ ਦੀ ਕਿਸ਼ਤ ਦੇਣੀ ਪੈ ਜਾਏ, ਉਹਨੂੰ ਸਾਨੂੰ ਵਿਆਜ ਨੂੰ ਵਿਆਜ ਲਾਉਂਦੇ ਆ। ਪਰ ਕਿਸਾਨ ਦਾ ਪੈਸਾ ਇਦਾਂ ਦਾ ਹਰਾਮ ਦਾ ਆ ਵੀ ਜਿਹਦਾ ਕੋਈ ਉਹਨੂੰ ਪੈਸਾ ਦੇਣ ਦਾ ਉਹਦਾ ਵਿਆਜ ਤਾਂ ਕੀ ਦੇਣਾ, ਅਸਲ ਵੀ ਨਹੀਂ ਦੇ ਰਿਹਾ। ਕਿ ਇਹ ਕਿਸਾਨ ਕੋਈ 2 ਨੰਬਰ ਦਾ ਕੰਮ ਕਰਦਾ ਜਾਂ ਉਹਦੀ ਕਮਾਈ ਬਹੁਤ ਜ਼ਿਆਦਾ ਹੈਗੀ? ਇਹਨਾਂ ਨੂੰ ਮੰਤਰੀਆਂ ਨੂੰ 4-4 5-5 ਪੈਨਸ਼ਨਾਂ ਦੇ ਰਹੇ ਆ। ਇਹ ਸਾਡੇ
ਸਾਡੇ ਜਿਹੜੇ ਟੈਕਸ ਜਾ ਰਹੇ ਉਹਨਾਂ ਦੇ ਵਿੱਚੋਂ ਹੀ ਦੇ ਰਹੇ ਆ ਜੀ ਜੀ ਵਾਕਈ ਤੇ ਕਿਸਾਨ ਨੂੰ ਹੀ ਕਿਉਂ ਦਬਾਇਆ ਜਾਂਦਾ ਹੈ? ਇਸ ਲਈ ਮੈਂ ਇਕੱਲਾ ਕਿਸਾਨ ਨਹੀਂ ਕਹਿੰਦਾ, ਹਰ ਵਰਗ ਜਿਹੜਾ ਭਾਵੇਂ ਉਹ ਦਿਹਾੜੀਦਾਰ ਆ, ਭਾਵੇਂ ਦੁਕਾਨਦਾਰ ਆ, ਭਾਵੇਂ ਕੋਈ ਛੋਟਾ ਬਿਜ਼ਨਸਮੈਨ ਆ ਜਾਂ ਕਿਸਾਨ ਆ, ਮੋਦੀ ਸਰਕਾਰ ਲਾ ਲਓ ਜਾਂ ਕੋਈ ਵੀ ਸਰਕਾਰ ਆ, ਉਹਨਾਂ ਤੋਂ ਦੁਖੀ ਆ। ਸਾਡੇ ਲਾ ਲਓ ਵੀ ਸਾਡਾ ਤਾਂ ਨਹੀਂ ਅਸੀਂ ਕਹਿ ਸਕਦੇ, ਕੈਪਟਨ ਹੀ ਲਾ ਲਓ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਟਕਾ ਸਾਹਿਬ ਨੇ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਇਹਨੇ ਦਮ ਸਾਹਿਬ ਵੱਲ ਨੂੰ ਬਾਂਹ ਕਰਕੇ ਕਿਹਾ ਸੀਗਾ ਵੀ ਮੈਂ ਪੰਜਾਬ ਦਾ ਨਸ਼ਾ ਖਤਮ ਕਰਾਂਗਾ, ਘਰ ਘਰ ਨੌਕਰੀ ਦੇਵਾਂਗਾ। ਤੁਸੀਂ ਅੱਜ ਤੱਕ ਹਾਲਾਤ ਦੇਖ ਲਓ ਪੰਜਾਬ ਦੇ ਵਿੱਚ, ਕਿੱਥੇ ਨਸ਼ਾ ਖਤਮ ਹੋਇਆ? ਨਸ਼ਾ ਖਤਮ ਨਹੀਂ ਹੋਇਆ, ਨਸ਼ਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ। ਪਰ ਨੌਕਰੀ ਜੀ ਬਕਾਉਂਦੇ ਵੀ ਇਹ ਮੰਤਰੀ ਆ ਜੀ। ਨੌਕਰੀ ਮੈਨੂੰ ਲੱਗਦਾ ਤੁਹਾਨੂੰ ਦੇਤੀ ਉਹਨਾਂ ਨੇ ਕਿ ਸੜਕਾਂ ਦੇ ਉੱਤੇ ਬੈਠੋ ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ, ਪਰ ਤਨਖਾਹ ਕੋਈ ਨਹੀਂ ਮਿਲਣੀ। ਤਨਖਾਹ ਕੋਈ ਨਹੀਂ ਜੀ। ਮੈਂ ਜਾਂਦੇ ਮੈਨੂੰ ਲੱਗਦਾ ਕਿ ਇੱਕ ਕਿਸਾਨ ਦਾ ਜਿਹੜਾ ਦਰਦ ਹੈਗਾ ਇਹਨਾਂ ਨੇ ਬਾਖੂਬੀ ਬਿਆਨ ਕਰ ਦਿੱਤਾ ਹੈਗਾ। ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈਗਾ ਕਿ ਪੰਜਾਬ ਦਾ ਜਿਹੜਾ ਕਿਸਾਨ ਹੈਗਾ ਉਹਦੇ ਦੁਖੀ ਮਨ ਦੇ ਵਿੱਚੋਂ ਆਹ ਗੱਲ ਨਿਕਲਦੀ ਆ ਕਿ ਜਿਹੜਾ ਸਾਨੂੰ ਜੁਰਮਾਨਾ ਲਾਉਣ ਵਾਸਤੇ ਆਊਗਾ ਜਾਂ ਤੇ ਫਿਰ ਮੈਂ ਉਹਨੂੰ ਮਾਰ ਦੂੰਗਾ ਜਾਂ ਫਿਰ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇ ਆਪ ਪਰਾਲੀ ਦੇ ਨਾਲ ਹੀ ਸੜ ਕੇ ਮਰ ਜਾਊਂਗਾ। ਸੋ ਇਦਾਂ ਦੇ ਹਾਲਾਤ ਹੈਗੇ ਆ, ਇਹਨਾਂ ਨੂੰ ਸੋਚਣਾ ਚਾਹੀਦਾ। ਹੁਣ ਜੇ ਸਾਰੇ ਇਹ ਗੱਲ ਕਹਿੰਦੇ ਆ ਕਿ ਉਹਨਾਂ ਦੀਆਂ ਨੀਤੀਆਂ ਤੁਹਾਨੂੰ ਦਬਾ ਕੇ ਰੱਖਣ ਦੀਆਂ ਆ, ਉਹਨਾਂ ਦੀਆਂ ਨੀਤੀਆਂ ਇਹ ਆ ਕਿ ਤੁਸੀਂ ਸਾਡੀ ਲੱਤ ਥੱਲੇ ਰਹਿਣਾ, ਪੈਰ ਥੱਲੇ ਰਹਿਣਾ, ਫੇਰ ਤਾਂ ਤੁਸੀਂ ਸਾਡੇ ਨਾਲ ਰਹੋ, ਨਹੀਂ ਤਾਂ ਤੁਹਾਡੀ ਮਰਜ਼ੀ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਵੀ ਇਹੀ ਗੱਲ ਕਹਿੰਦੇ ਗਏ ਆ ਵੀ ਜੇ ਸਾਨੂੰ ਬਰਾਬਰ ਦੇ ਸ਼ਹਿਰੀ ਬਣਾ ਕੇ ਨਾਲ ਰੱਖਣਾ ਫੇਰ ਤਾਂ ਆਪਾਂ ਇਕੱਠੇ ਰਹਿਣ ਨੂੰ ਤਿਆਰ ਹਾਂ, ਜੇ ਨਹੀਂ ਤਾਂ ਫਿਰ ਭਾਈ ਤੁਸੀਂ ਉੱਧਰ ਆਪਣਾ ਕਮਾ ਖਾਓ ਤੇ ਅਸੀਂ ਇੱਧਰ ਆਪਣਾ ਕਮਾ ਖਾ ਲੈਂਦੇ ਹਾਂ। ਕੀ ਤੁਸੀਂ ਮੰਨਦੇ ਹੋ ਇਹ ਗੱਲ ਭਈ ਤੁਹਾਡਾ ਸਾਰੇ ਮਸਲਿਆਂ ਦਾ ਜਿਹੜਾ ਹੱਲ ਹੈਗਾ ਉਹ ਖਾਲਸਾ ਰਾਜ ਹੀ ਆ? ਹਾਂਜੀ, ਇਹ ਤਾਂ ਸਾਡੇ, ਮੈਂ ਇੱਕ ਗੱਲ ਇਹ ਕਹੂੰਗਾ ਵੀ ਸਾਡੇ ਗੁਰੂਆਂ ਨੇ, ਸਾਡੇ ਜਿਹੜੇ ਪੀਰ ਪੈਗੰਬਰ ਜਾਂ ਯੋਧੇ ਆਏ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਆ, ਬਾਬਾ ਦੀਪ ਸਿੰਘ ਜੀ ਆਏ ਆ, ਉਹਨੀ ਅੱਜ ਤੱਕ ਜਿਹੜਾ ਸਿੱਖੀ ਦਾ ਰਾਜ ਕਾਇਮ ਕੀਤਾ ਸੀ ਉਹ ਸਾਡੇ ਪੁਰਖਿਆਂ ਨੇ, ਹੁਣ ਜਿਹੜੇ ਬਾਅਦ 'ਚ ਆਏ ਉਹਨਾਂ ਨੇ ਨਹੀਂ ਸਾਂਭਿਆ। ਮਹਾਰਾਜ ਰਣਜੀਤ ਸਿੰਘ ਜੀ ਨੇ ਰਾਜ ਕੀਤਾ, ਬੜੇ ਆਪਣੇ ਵਧੀਆ ਢੰਗ ਨਾਲ ਕੀਤਾ ਉਹਨੀ। ਪਰ ਜੋ ਇਸ ਟਾਈਮ ਹਕੂਮਤ ਕਰ ਰਹੇ ਆ ਨਾ, ਉਹ ਸਿੱਖੀ ਨੂੰ ਤਾਂ ਪੰਜਾਬ ਨੂੰ ਬਿਲਕੁਲ ਖ਼ਤਮ ਕਰਨਾ ਚਾਹੁੰਦੇ ਆ। ਪਰ ਅਸੀਂ ਉਹ ਇਹ ਗੱਲ ਕਹਿਣਾ ਚਾਹੁੰਦਾ ਆ ਵੀ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਸੀਗਾ ਵੀ ਚਲੋ ਠੀਕ ਆ, ਤੁਸੀਂ ਸਾਡੇ ਨਾਲ ਇੱਕ ਟੇਬਲ ਤੇ ਬੈਠ ਕੇ ਗੱਲ ਕਰ ਲਓ। ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਆ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਰੱਖੀਆਂ ਆ, ਜੇ ਇਹ ਜਿਹੜੀਆਂ ਸਰਕਾਰਾਂ ਆ ਇੰਨੀਆਂ ਸੱਚੀਆਂ ਸੁੱਚੀਆਂ ਆ, ਉਸ ਮਤੇ ਦੇ ਉੱਤੇ ਆਣ ਕੇ ਆਪਣੀ ਜਿਹੜੀ ਹੈਗੀ ਆ ਵਿਚਾਰ ਵਟਾਂਦਰਾ ਕਰ ਲਓ। ਪਰ ਉਹ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਕਿਸਾਨ ਹੈਗੇ ਜਿਹੜੇ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਆਉਣਾ ਪਊਗਾ, ਉਹ ਤੋਂ ਪਹਿਲਾਂ ਸਰਕਾਰਾਂ ਤੇ ਬਾਅਦ ਚ ਆਉਣਗੀਆਂ। ਮੈਂ ਵੇਖਦਾ ਕਿ ਜਿਹੜੇ ਕਿਸਾਨਾਂ 'ਚ ਧਰਨੇ ਲੱਗੇ ਹੋਏ ਆ, ਤੁਸੀਂ ਉੱਥੇ ਜਾ ਕੇ ਆਨੰਦਪੁਰ ਸਾਹਿਬ ਦੇ ਮਤੇ ਦੀ ਜੇ ਗੱਲ ਕਰਦੇ ਆ, ਤੁਸੀਂ ਉੱਥੇ ਜਾ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਨਾਂ ਲੈਂਦੇ ਆ ਤਾਂ ਤੁਹਾਡੀ ਗੱਲ ਨੂੰ ਕੱਟਣ ਵਾਸਤੇ 5 ਮਿੰਟ ਦੀ ਤੁਹਾਡੀ ਗੱਲ ਹੁੰਦੀ ਆ, ਤੁਹਾਡੀ ਗੱਲ ਨੂੰ ਕੱਟਣ ਵਾਸਤੇ ਪੰਜਾਬ ਦਾ ਹੀ ਕਿਸਾਨ ਕਈ ਵਾਰ 15 ਮਿੰਟ ਲਾਉਂਦਾ, ਅੱਧਾ ਘੰਟਾ ਵੀ ਲਾਉਂਦਾ ਤੁਹਾਡੀ ਗੱਲ ਨੂੰ ਕੱਟਣ ਵਾਸਤੇ। ਇਦਾਂ ਵੀ ਆ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ ਕਿਸਾਨ ਜਾਂ ਹੋਰ ਜਥੇਬੰਦੀਆਂ ਅੱਜ ਧਰਨੇ ਤੇ ਬੈਠੀਆਂ ਆ, ਮੈਨੂੰ ਇਹਨਾਂ ਤੋਂ ਵੀ ਹੈਰਾਨਗੀ ਆਉਂਦੀ ਆ ਜਦੋਂ ਅਸੀਂ ਆਪਣੇ ਦਿਲ ਦੀ ਜਾਂ ਸਾਡੇ ਜਿਹੜੇ ਹੱਕ ਦਿਵਾਉਣ ਵਾਲੀ ਗੱਲ ਆ ਉਸ ਨੂੰ ਹੀ ਦਵਾਈ ਜਾਣ ਤਾਂ ਫਿਰ ਇਹ ਹੱਕ ਲੈ ਲੈਣਗੇ ਇਸ ਤਰ੍ਹਾਂ। ਮੈਂ ਕਹਿੰਦਾ ਚਲੋ ਇਹ ਬਹੁਤ ਇਹਨਾਂ ਦੀ ਬਹਾਦਰੀ ਆ। ਅੱਜ 1.5 ਮਹੀਨੇ ਦੇ ਕਰੀਬ ਹੋ ਗਿਆ ਇਹਨਾਂ ਨੂੰ ਰੋਡਾਂ ਦੇ ਉੱਤੇ, ਸੜਕਾਂ ਦੇ ਉੱਤੇ ਬੈਠਿਆਂ। ਇਹ ਇਦਾਂ ਭਾਵੇਂ 6 ਮਹੀਨੇ ਬੈਠੇ ਰਹਿਣ, ਕੋਈ ਹੱਲ ਨਹੀਂ ਹੈਗਾ। ਕਮ ਸੇ ਕਮ ਜਿਹੜੇ ਇਹਨਾਂ ਕੋਲ ਪਿਛਲੇ ਮਤੇ ਆ ਉਹਨਾਂ ਨੂੰ ਟੇਬਲ ਤੇ ਬੈਠ ਕੇ ਵਿਚਾਰਿਆ ਜਾਵੇ, ਜਥੇਬੰਦੀਆਂ ਇੱਕ ਹੋਣ, ਉਹਨਾਂ ਤੇ ਗੱਲਬਾਤ ਵਟਾਂਦਰਾ ਕੀਤਾ ਜਾਵੇ, ਉਹ ਆਪੋ ਵਿੱਚ ਸਾਰਾ ਸਹਿਮਤੀ ਪ੍ਰਗਟਾ ਕੇ ਇੱਕ ਟੇਬਲ ਤੇ ਸਰਕਾਰ ਨੂੰ ਲਿਆਵੇ ਤਾਂ ਉੱਥੇ ਉਹਨਾਂ ਕੋਲ ਮਤੇ ਰੱਖੇ ਜਾਣ ਤਾਂ ਫੇਰ ਜਾ ਕੇ ਕੋਈ ਗੱਲ ਬਣ ਸਕਦੀ ਆ। ਐਦਾਂ ਭਾਵੇਂ ਸਾਲ ਭਰ ਬੈਠੇ ਰਹਿਣ, ਇਹਦਾ ਕੋਈ ਨਿਬੇੜਾ ਨਹੀਂ ਹੈਗਾ। ਦੇਖੋ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਕੱਲ ਮੈਂ ਇੱਕ ਸਪੀਚ ਸੁਣਦਾ ਸੀ, ਉਹਨਾਂ ਦਾ ਨਾਂ ਛੋਟਾ ਨਾਮ ਮਨਵੀਰ ਸਿੰਘ ਮੰਨਾ, ਕੌਣ ਹੈਗੇ ਆ? ਮਨਦੀਪ ਸਿੰਘ ਮੰਨਾ। ਉਹਨੇ ਗੱਲ ਕੀਤੀ ਸੀ ਵੀ ਅਸੀਂ ਅਡਾਨੀਆਂ ਅਬਾਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਡੇ ਜੁੱਤੀਆਂ ਤੋਂ ਲੈ ਕੇ ਸਿਰ ਦੀਆਂ ਪੱਗਾਂ ਤੱਕ ਦਾ ਉਹ ਸਮਾਨ ਤਿਆਰ ਕਰਦੇ ਆ, ਕੱਪੜਾ ਉਹ ਤਿਆਰ ਕਰਦੇ ਆ, ਖਾਣ ਪੀਣ ਦੀਆਂ ਵਸਤਾਂ ਉਹ ਤਿਆਰ ਕਰਦੇ ਆ। ਤੁਸੀਂ ਦੱਸੋ ਵੀ ਅਸੀਂ ਕਿੱਥੇ ਕਿੱਥੇ ਉਹਨਾਂ ਦਾ ਵਿਰੋਧ ਕਰ ਸਕਦੇ, ਕਿਹੜੀ ਕਿਹੜੀ ਚੀਜ਼ ਛੱਡਾਂਗੇ? ਤੁਹਾਡੇ ਘਰ ਦੇ ਵਿੱਚ ਵੀ ਮੈਂ ਲਾ ਲਓ ਵੀ ਮੈਂ ਚਲੋ ਇੱਕ ਕਿਸਾਨ ਆ, ਮੈਂ ਕਹਿੰਦਾ ਵੀ ਸਰਕਾਰ ਦਾ ਮੈਂ ਪ੍ਰੋਡਕਟ ਨਹੀਂ ਕੋਈ ਵਰਤਦਾ, ਪਰ ਮੇਰੇ ਘਰ ਦੇ ਵਿੱਚ ਵੀ ਉਹਨਾਂ ਦੇ 10 ਪ੍ਰੋਡਕਟ ਪਏ ਹੋਆ। ਹਾਂਜੀ, ਕਿੱਥੇ ਕਿੱਥੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਤਾਂ ਕੀ ਕਰਾਂਗੇ? ਪਰ ਸਾਡੇ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਸੋਚਣਾ ਪਊਗਾ ਵੀ ਜ਼ਿਆਦਾ ਨਹੀਂ, ਜੇ ਅਸੀਂ ਆਪਣੇ ਹੱਕ ਲੈਣੇ ਚਾਹੁੰਦੇ ਆ ਤਾਂ ਇਹਨਾਂ ਨੂੰ ਉਹ ਸੰਤਾਂ ਵਾਲਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਆ ਉਹਦੇ ਉੱਤੇ ਵਿਚਾਰ ਕਰਨਾ ਹੀ ਪਊਗਾ। ਇਹਦਾ ਫੇਰ ਹੀ ਨਿਬੇੜਾ, ਨਹੀਂ ਤਾਂ ਕਿਤੇ ਤਰ੍ਹਾਂ ਨਿਬੇੜਾ ਨਹੀਂ ਕੋਈ ਵੀ ਹੈਗਾ। ਤੁਸੀਂ ਦੇਖਿਆ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ, ਜਿਹਦੀਆਂ 18 ਮੰਗਾਂ ਸੀਗੀਆਂ ਔਰ ਉਹਨਾਂ 18 ਮੰਗਾਂ ਦੇ ਵਿੱਚ ਕੁਝ ਮੰਗਾਂ ਸੀਗੀਆਂ ਜਿਹੜੀਆਂ ਸਿੱਖਾਂ ਦੀਆਂ ਸੀਗੀਆਂ, ਬਾਕੀ ਸਾਰੀਆਂ ਦੀਆਂ ਸਾਰੀਆਂ ਮੰਗਾਂ ਪੰਜਾਬ ਦੀਆਂ ਸੀਗੀਆਂ। ਉਹਨਾਂ ਮੰਗਾਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਇਹ ਵੀ ਸੀਗਾ ਕਿ ਜਿਹੜਾ ਕਿਸਾਨ ਦੀਆਂ ਫਸਲਾਂ ਦਾ ਮੁੱਲ ਹੈਗਾ ਉਹ ਕੇਂਦਰ ਸਰਕਾਰ ਤੈਅ ਨਹੀਂ ਕਰੂੰਗੀ,
ਪੰਜਾਬ ਦੀ ਸਰਕਾਰ ਉਹ ਤੈਅ ਕਰੂਗੀ ਕਿ ਉਹਦਾ ਰੇਟ ਕੀ ਰੱਖਣਾ ਹੈਗਾ। ਉਹਦੇ ਵਿੱਚ ਇੱਕ ਇਹ ਵੀ ਮੰਗ ਸੀਗੀ। ਸੋ ਬਹੁਤ ਸਾਰੇ ਸੱਜਣ ਜਿਹੜੇ ਹੈਗੇ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈਗਾ ਉਹ ਵੀ ਗੱਲ ਪਿੱਛੇ ਰਹਿ ਗਈ ਆ। ਉਸ ਤੋਂ ਬਾਅਦ ਜਦੋਂ 84 ਵਿੱਚ ਹਮਲਾ ਹੋ ਗਿਆ ਤੇ ਸੰਤ ਜਰਨੈਲ ਸਿੰਘ ਜੀ ਨੇ ਆਖਿਆ ਸੀਗਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਬਹੁਤ ਸਾਰੇ ਸੱਜਣਾਂ ਦਾ ਕਹਿਣਾ ਹੈਗਾ ਕਿ ਅਨੰਦਪੁਰ ਸਾਹਿਬ ਦੇ ਮਤੇ ਵਾਲੀ ਗੱਲ ਹੁਣ ਪਿੱਛੇ ਰਹਿ ਗਈ ਆ। ਹੁਣ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਆਰ ਜਾਂ ਪਾਰ ਦੀ ਗੱਲ ਹੈਗੀ ਆ, ਤੁਹਾਨੂੰ ਉੱਥੇ ਆਉਣਾ ਪੈਣਾ ਹੈਗਾ। ਬਹੁਤ ਸਾਰੇ ਸੱਜਣਾਂ ਚਾਹੇ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਹਕੂਮਤਾਂ ਤੁਹਾਨੂੰ ਤੰਗ ਕਰ ਰਹੀਆਂ ਨੇ, ਤੁਹਾਨੂੰ ਧੱਕ ਕੇ ਕੰਧ ਦੇ ਨਾਲ ਲਾ ਰਹੀਆਂ ਨੇ। ਉਹ ਆਪ ਤੁਹਾਨੂੰ ਲਕੀਰ ਖਿੱਚ ਕੇ ਧੱਕ ਰਹੇ ਹੈਗੇ ਆ ਕਿ ਅਸੀਂ ਤੁਹਾਨੂੰ ਉਧਰ ਧੱਕਣਾ ਚਾਹੁੰਦੇ ਆ। ਉਹਦੇ ਬਾਵਜੂਦ ਵੀ ਹੁਣ ਇੱਕ ਬੰਦਾ ਤੁਹਾਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਔਰ ਤੁਸੀਂ ਜੇ ਚਾਹੁੰਦੇ ਆ ਕਿ ਮੈਂ ਉਹਦੇ ਨਾਲ ਹੀ ਰਹਿਣਾ, ਅਗਲਾ ਤੁਹਾਨੂੰ ਖੁਦ ਕਹਿ ਰਿਹਾ ਕਿ ਮੈਂ ਤੁਹਾਨੂੰ ਆਪਣੇ ਨਾਲ ਨਹੀਂ ਰੱਖਣਾ, ਜੇ ਰੱਖਣਾ ਤਾਂ ਇੱਦਾਂ ਰੱਖਣਾ। ਹੁਣ 1 ਕਰੋੜ ਤੇ 5 ਲੱਖ 1 ਕਰੋੜ ਰੁਪਈਆ, ਹੁਣ 1 ਕਰੋੜ ਰੁਪਈਆ ਜੁਰਮਾਨਾ ਜਿਹਨੂੰ ਲੱਗ ਜਾਊਗਾ। ਹੁਣ ਜਿਹਦੇ ਕੋਲ 1 ਕਰੋੜ ਰੁਪਈਆ ਸਾਰੀ ਜ਼ਮੀਨ ਵੇਚ ਕੇ ਵੀ ਪੂਰਾ ਨਹੀਂ ਹੋਣਾ ਹੈਗਾ, ਉਹ ਬੰਦਾ ਜੁਰਮਾਨਾ ਕਿੱਥੋਂ ਦੇ ਦਊਗਾ। ਜਿੰਨੇ ਵੀ ਦਰਸ਼ਕ ਸਾਡੀ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਸਾਰਿਆਂ ਨੂੰ ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਕਿ ਪੰਜਾਬ ਦੇ ਲੋਕਾਂ ਦਾ, ਕਿਸਾਨਾਂ ਦਾ ਕਿਸ ਗੱਲ ਵਿੱਚ ਭਲਾ ਹੈਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿ ਕੇਂਦਰ ਸਰਕਾਰ ਜਿਹੜੀ ਫੈਸਲੇ ਲੈ ਰਹੀ ਆ ਉਹ ਪੰਜਾਬ ਦੇ ਲੋਕਾਂ ਦੇ ਵਿਰੁੱਧ ਜਾਂਦੇ ਹੈਗੇ ਆ ਔਰ ਪੰਜਾਬ ਦੇ ਲੋਕਾਂ ਦਾ ਤਾਂ ਹੀ ਭਲਾ ਹੈਗਾ ਜੇ ਉਹ ਖਾਲਸਾ ਰਾਜ ਵਾਲੇ ਪਾਸੇ ਨੂੰ ਜਾਂਦੇ ਆ। ਜ਼ਰੂਰ ਕਮੈਂਟ ਕਰਿਓ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ। ਇਹ ਵੀ ਜ਼ਰੂਰ ਕਮੈਂਟ ਕਰਿਓ ਇਸ ਸੰਬੰਧ ਵਿੱਚ ਵੀ ਕਿ ਜਿਹੜਾ ਮੋਦੀ ਸਾਹਿਬ ਨੇ ਇਹ ਕਿਹਾ ਹੈਗਾ ਕਿ 1 ਕਰੋੜ ਰੁਪਈਆ ਜੁਰਮਾਨਾ ਤੇ 5 ਸਾਲ ਦੀ ਸਜ਼ਾ ਹੋਊਗੀ ਜਿਹੜਾ ਕਿਸਾਨ ਪਰਾਲੀ ਸਾੜੂਗਾ। ਇਸ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਆ ਜ਼ਰੂਰ ਕਮੈਂਟ ਕਰਿਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਫਤਿਹ ਬੁਲਾ ਕੇ ਉੱਠਣ ਹੀ ਲੱਗਾ ਸੀਗਾ ਤੇ ਮੇਰੀ ਉਧਰ ਨਿਗਾਹ ਪੈ ਗਈ। ਮੈਂ ਤੁਹਾਨੂੰ ਵੀ ਦਿਖਾਉਣਾ ਚਾਹੂੰਗਾ। ਆ ਬਜ਼ੁਰਗ ਹੈਗੇ ਨੇ, ਆਪਾਂ ਇੱਥੇ ਟਿਊਬਵੈੱਲ ਦੇ ਉੱਪਰ ਬੈਠ ਕੇ ਆਪਾਂ ਗੱਲਬਾਤ ਕਰ ਰਹੇ ਸੀਗੇ ਸਾਰੇ ਵੀਰ ਸਾਰੇ। ਔਰ ਇਹ ਜਿਹੜੇ ਭਾਈ ਸਾਹਿਬ ਹੈਗੇ ਨੇ ਉਹ ਸਾਹਮਣੇ ਰਹਿੰਦੇ ਹੈਗੇ ਆ, ਤੁਸੀਂ ਭਾਂਡੇ ਧੋ ਰਿਹਾ ਦੇਖ ਸਕਦੇ ਆ। ਉਧਰੋਂ ਆ ਗਏ ਜਦੋਂ ਅਸੀਂ ਉੱਠ ਕੇ ਜਾਣ ਲੱਗੇ ਤੇ ਉਹ ਜੱਗ ਦੇ ਵਿੱਚ ਚਾਹ ਬਣਾ ਕੇ ਲੈ ਆਏ। ਇਹ ਉਹ ਕਿਸਾਨ ਆ ਪੰਜਾਬ ਦਾ ਜਿਹੜਾ ਸਾਨੂੰ ਜਾਣਦਾ ਨਹੀਂ ਹੈਗਾ। ਅਸੀਂ ਇੱਥੇ ਸਿਰਫ ਗੱਲਬਾਤ ਕਰਨ ਵਾਸਤੇ ਆਏ ਸੀਗੇ, ਪਰ ਉਹਨਾਂ ਨੇ ਦੇਖਿਆ ਕਿ ਯਾਰ ਇੱਥੇ ਸਿੰਘ ਗੱਲਬਾਤ ਕਰ ਰਹੇ ਬਹਿ ਕੇ ਤੇ ਮੈਂ ਇਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਕੇ ਲਿਆ ਆਵਾਂ। ਸੋ ਤੁਸੀਂ ਦੇਖਿਆ ਉਹਨਾਂ ਨੇ ਆਪਣੇ ਹੱਥੀਂ ਭਾਂਡੇ ਧੋਤੇ ਔਰ ਜੱਗ ਦੇ ਵਿੱਚ ਚਾਹ ਬਣਾ ਕੇ ਲੈ ਕੇ ਆਏ ਸਾਰਿਆਂ ਵਾਸਤੇ। ਇਹ ਹੁਣ ਮੋਦੀ ਸਾਹਿਬ ਨੂੰ ਜ਼ਰੂਰ ਸੋਚਣਾ ਪਊਗਾ, ਪੰਜਾਬ ਦੀ ਸਰਕਾਰ ਨੂੰ ਵੀ ਜ਼ਰੂਰ ਸੋਚਣਾ ਪਊਗਾ, ਲੋਕਾਂ ਨੂੰ ਵੀ ਸੋਚਣਾ ਪਊਗਾ ਕਿ ਜਦੋਂ ਤੁਸੀਂ ਪੰਜਾਬ ਦੇ ਪਿੰਡਾਂ ਵੱਲ ਜਾਂਦੇ ਹੈਗੇ ਆ, ਜਦੋਂ ਤੁਸੀਂ ਕਿਸੇ ਟਿਊਬਵੈੱਲ ਤੇ ਜਾਂਦੇ ਆ, ਉੱਥੇ ਜਾ ਕੇ ਤੁਹਾਡੀ ਪਿਆਸ ਵੀ ਬੁਝਦੀ ਹੈ। ਔਰ ਇਹ ਪੰਜਾਬ ਦੇ ਉਹ ਕਿਸਾਨ ਹੈਗੇ ਆ ਜਦੋਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਵੀ ਕਰਦੇ ਹੈਗੇ ਆ। ਜਿਹੜੇ ਪਿੰਡਾਂ ਵਿੱਚ ਨਿਸ਼ਾਨ ਸਾਹਿਬ ਝੂਲਦੇ ਆ ਗੁਰੂ ਘਰਾਂ ਦੇ ਵਿੱਚ, ਉਹ ਨਿਸ਼ਾਨ ਸਾਹਿਬ ਜਿੱਥੇ ਹੋਰ ਬਹੁਤੀਆਂ ਗੱਲਾਂ ਦਾ ਪ੍ਰਤੀਕ ਹੈ, ਉੱਥੇ ਉਹ ਝੂਲਦੇ ਹੋਏ ਨਿਸ਼ਾਨ ਸਾਹਿਬ ਇਸ ਗੱਲ ਦੇ ਵੀ ਪ੍ਰਤੀਕ ਹੈਗੇ ਆ ਕਿ ਦੁਨੀਆ ਦਾ ਕੋਈ ਵੀ ਜਿਹਨੂੰ ਰੋਟੀ ਦੀ ਜ਼ਰੂਰਤ ਹੈਗੀ ਆ, ਇਸ ਨਿਸ਼ਾਨ ਸਾਹਿਬ ਦੀ ਛਾਵੇਂ ਆ ਜਾਵੇ, ਉਹਨੂੰ ਪਿੰਡ ਦੇ ਲੋਕ ਰੋਟੀ ਦਾ ਪ੍ਰਬੰਧ ਕਰਕੇ ਵੀ ਜ਼ਰੂਰ ਦੇਣਗੇ। ਆਹੀ ਉਹ ਲੋਕ ਹੈਗੇ ਆ ਜਿਹੜੇ ਰੋਟੀ ਦਾ ਪ੍ਰਬੰਧ ਕਰਕੇ ਦਿੰਦੇ ਹੈਗੇ ਆ। ਸੋ ਸਰਕਾਰਾਂ ਨੂੰ ਜ਼ਰੂਰ ਸੋਚਣਾ ਪਊਗਾ ਕਿ ਜਿਹੜੇ ਲੋਕ ਇੱਦਾਂ ਦੇ ਹੁੰਦੇ ਨੇ, ਤੁਸੀਂ ਉਹਨਾਂ ਦੇ ਨਾਲ ਆਹ ਕੁਛ ਕਰਦੇ ਹੋ। ਤੁਸੀਂ ਪਰਾਲੀ ਨੂੰ ਸਾੜਨ ਦਾ ਮਨਾ ਹੈ ਇਹ ਗੱਲ ਕਹਿੰਦੇ ਹੈਗੇ ਆ ਔਰ ਉਹਦੇ ਵਾਸਤੇ ਤੁਸੀਂ ਉਹਨਾਂ ਨੂੰ ਕੋਈ ਹੱਲ ਦਿਓ, ਉਹਨਾਂ ਨੂੰ ਕੋਈ ਬਦਲ ਦਿਓ ਕਿ ਤੁਸੀਂ ਪਰਾਲੀ ਸਾੜੋ ਨਾ, ਇਹਦੀ ਬਜਾਏ ਤੁਸੀਂ ਆਹ ਕੁਛ ਕਰੋ। ਤੁਸੀਂ 1 ਕਰੋੜ ਰੁਪਏ ਦਾ ਜੁਰਮਾਨਾ ਲਾਉਨੇ ਆ। ਹੁਣ ਇਹ 1 ਕਰੋੜ ਰੁਪਈਆ ਤੁਸੀਂ ਦੱਸੋ ਕਿੱਥੋਂ ਦੇਣਗੇ? ਤੁਸੀਂ ਦੱਸੋ ਇਹ 1 ਕਰੋੜ ਰੁਪਈਆ ਕਿੱਥੋਂ ਦੇਣਗੇ? ਇਹ ਤੁਸੀਂ ਇਹਨਾਂ ਨੂੰ ਦੱਸੋ ਕਿ ਬਦਲ ਕੀ ਹੈਗਾ। ਇਹ ਉਹਦਾ ਬਦਲ ਜਿਹੜਾ ਹੈਗਾ ਤੁਸੀਂ ਦੱਸੋਗੇ ਉਹਨੂੰ ਤਾਂ ਅਪਣਾ ਸਕਦੇ ਆ, ਪਰ 1 ਕਰੋੜ ਰੁਪਈਆ ਤੁਸੀਂ ਦੱਸੋ ਕਿੱਥੋਂ ਦੇਣਗੇ? ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਤੁਹਾਨੂੰ ਲੱਗਦਾ ਕਿ ਇਦਾਂ ਦੇ ਜਿਹੜੇ ਭਲੇ ਲੋਕ ਹੈਗੇ ਆ ਉਹਨਾਂ ਦੇ ਨਾਲ ਸਰਕਾਰਾਂ ਨੂੰ ਇਦਾਂ ਦਾ ਸਲੂਕ ਕਰਨਾ ਚਾਹੀਦਾ। ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਮੁਤਾਬਕ ਜੇ ਇਹ ਬਜ਼ੁਰਗ ਪਰਾਲੀ ਸਾੜਦੇ ਆ, ਇਹਨਾਂ ਦੇ ਉੱਪਰ 1 ਕਰੋੜ ਰੁਪਏ ਦਾ ਜੁਰਮਾਨਾ ਹੋ ਜਾਵੇ, 5 ਸਾਲ ਵਾਸਤੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ, ਤਾਂ ਮਗਰ ਇਹਨਾਂ ਦੇ ਛੋਟੇ ਛੋਟੇ ਬੱਚੇ ਉਹ ਕੀ ਕਰਨਗੇ? 1 ਕਰੋੜ ਰੁਪਈਆ ਇਹ ਕਿੱਥੋਂ ਲੈ ਕੇ ਆਉਣਗੇ? ਜ਼ਰੂਰ ਕਮੈਂਟ ਕਰਿਓ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟਮੈਂਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204, ਹਿਊਸਟਨ, ਟੈਕਸਾਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ।
ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼।